ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੇਰੇ ਚੈਨਲ ਕਲਮਾਂ ਦੇ ਰੂਬਰੂ ਵਿੱਚ ਆਪ ਦਾ ਸਵਾਗਤ ਹੈ। ਅੱਜ ਦੀ ਇਸ ਮਹਿਫਿਲ 'ਚ ਆਪਾਂ ਜਸਬੀਰ ਰਾਣਾ ਦੀ ਲਿਖੀ ਕਹਾਣੀ ਉਰਫ ਰੋਸ਼ੀ ਜੱਲਾਦ ਸੁਣਾਂਗੇ। उर्फ रोशी जल्लाद। किस किस का नाम लूँ मैं, मुझे हर किसी ने मारा। खाली कप वल वेख मैं सितार दी अधूरी सतर पूरी कीती। गिला मौत से नहीं है, मुझे जिंदगी ने मारा। आवाज़ सुन टी स्टाल वाला शिवा पिछे नूं झाकिया। तू कहा कुछ? मैं कहा एक कप चाह होर। ਉਹ ਮੁਸਕਰਾ ਕੇ ਫਰਾਈ ਪੈਨ ਵਿੱਚ ਪਾਣੀ ਮਿੱਠਾ ਪੱਤੀ ਪਾਉਣ ਲੱਗਾ। ਉਸ ਤੋਂ ਚਾਹ ਦਾ ਕੱਪ ਫੜ ਜਿਸ ਵਕਤ ਪਹਿਲੇ ਘੁੱਟ ਭਰੀ, ਮੈਨੂੰ ਉਸੇ ਤਰ੍ਹਾਂ ਚਾਹ ਅੰਦਰ ਜਾਂਦੀ ਦਿਸੀ ਜਿਸ ਤਰ੍ਹਾਂ ਸਿਤਾਰ ਦੀ ਗਰਦਨ ਵਿੱਚ ਦੀ ਅੰਦਰ ਜਾਂਦੀ ਘੁੱਟ ਦਿਸੀ ਸੀ। ਫਾਂਸੀ ਲੱਗਣ ਤੋਂ ਪਹਿਲਾਂ ਉਸਨੇ ਜੇਲ੍ਹ ਸੁਪਰਡੈਂਟ ਤੇ ਜੱਲਾਦ ਨਾਲ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀ ਸੀ। ਜਿਸ ਵਕਤ ਜੇਲ੍ਹ ਦੀ ਸੁਰੱਖਿਆ ਪਰਖ ਵਿੱਚੋਂ ਦੀ ਲੰਘ ਮਾਤੀ ਚਾਹ ਲੈ ਕੇ ਆਇਆ, ਅਸੀਂ ਦਫ਼ਤਰ ਵਿੱਚ ਬੈਠੇ ਸਾਂ। ਚਾਹ ਛਿੱਕੂ ਦੀ ਥਾਂ ਟਰੇ ਵਿੱਚ ਆਈ ਸੀ। ਸੁਪਰਡੈਂਟ ਦੀ ਨਜ਼ਰ ਕੱਪਾਂ ਉੱਪਰ ਟਿਕੀ ਹੋਈ ਸੀ। ਮੈਂ ਸਿਤਾਰ ਦੀ ਗਰਦਨ ਵੱਲ ਵੇਖ ਰਿਹਾ ਸੀ ਜਿਸ ਵਿੱਚ ਕੱਲ੍ਹ ਨੂੰ ਰੱਸੀ ਪਾਉਣੀ ਸੀ। गिला मौत से नहीं है, मुझे जिंदगी ने मारा। ਉਹ ਉਹਨਾਂ ਗੱਲਾਂ ਨੂੰ ਕੋਸ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾ ਦਿੱਤਾ। ਉਹ ਖਤਰਨਾਕ ਆਤੰਕਵਾਦੀ ਸੀ। ਬੰਬ ਧਮਾਕੇ, ਹਥਿਆਰਾਂ ਦੀ ਸਪਲਾਈ, ਕਤਲ ਦਰ ਕਤਲ, ਉਸ ਦੇ ਨਾਂ ਨਾਲ ਗੁਨਾਹਾਂ ਦੀ ਲੰਬੀ ਲਿਸਟ ਬੋਲਦੀ ਸੀ। हाँ, मैं अत्तवादी हूँ, पर मुझे आतंकवादी बनाया किसने? गंदी राजनीति ने, इन भ्रष्ट नेताओं ने और इस मुर्दा समाज ने। पर वो अपना दोष होरां सिर मड़ रहा सी। जदों बोल बोल थक गया, कुछ पल चुप रहा, फिर आखिरी घुट भर फिल्मी गीत गाउन लगा। किस किस का नाम लूँ मैं, मुझे हर किसी ने मारा। ਉਸ ਦੀਆਂ ਅੱਖਾਂ ਵਿੱਚ ਹੰਝੂ ਵੇਖ ਸੁਪਰਡੈਂਟ ਦੀਆਂ ਅੱਖਾਂ ਵਿੱਚ ਨਮੀ ਉਤਰ ਆਈ ਸੀ, ਪਰ ਉਸ ਦੇ ਹੱਥ ਕਾਨੂੰਨ ਨਾਲ ਬੱਝੇ ਹੋਏ ਸਨ। ਮੈਂ ਵੀ ਆਜ਼ਾਦ ਨਹੀਂ ਸੀ। ਸਿਤਾਰ ਨੇ ਅੱਖਾਂ ਪੂੰਝ ਮੇਰੇ ਹੱਥ ਫੜ ਲਏ। ਮੈਂ ਉਸ ਦੀਆਂ ਅੱਖਾਂ ਵਿੱਚ ਝਾਕਿਆ। ਉਹ ਮੌਤ ਦੇ ਫਰਿਸ਼ਤੇ ਵਾਂਗ ਬੋਲਿਆ, एक कप चाय और मिलेगी क्या? चाय तो मिल सकती है, मगर तुम्हारा टाइम ख़त्म हो गया। कप ट्रे लैके जा चुके माती तो दोबारा चाह मंगवाउण लई बहुत टाइम लग जाना सी। उस दी आखिरी इच्छा नूं अध विचकार छड्ड मैं दफ्तर विचों बाहर आ गया सी। सितार नूं काल कोठड़ी विच भेज दिता। ਕੱਲ੍ਹ ਨੂੰ ਉਸ ਨਾਲ ਆਖਰੀ ਮੁਲਾਕਾਤ ਹੋਣੀ ਸੀ। ਜਿਸ ਦਿਨ ਤੋਂ ਉਸ ਦਾ ਡੈਥ ਵਾਰੰਟ ਜਾਰੀ ਹੋਇਆ, ਉਸ ਨਾਲ ਮੇਰੀ ਵੀ ਨੀਂਦ ਉੱਡ ਗਈ ਸੀ। ਫਰਸ਼ ਉੱਪਰ ਕੰਬਲ ਵਿਛਾ ਜਦੋਂ ਰਾਤ ਨੂੰ ਅੱਖਾਂ ਬੰਦ ਕਰਦਾ, ਹਨੇਰੀ ਕੋਠੀ ਵਿੱਚ ਬੈਠਾ ਸਿਤਾਰ ਦਿਸਣ ਲੱਗਦਾ। ਉਹ ਕਦੀ ਰੋਂਦਾ, ਕਦੀ ਪਾਗਲਾਂ ਵਾਂਗ ਹੱਸਦਾ, ਕਦੀ ਰਹਿਮ ਦੀ ਭੀਖ ਮੰਗਦਾ, ਯਾ ਅੱਲਾ ਰਹਿਮ ਕਰ, ਪਰ ਉਸਦੀ ਕੋਈ ਨਾ ਸੁਣਦਾ। ਰਾਤ ਦੇ ਸੰਨਾਟੇ ਵਿੱਚ ਬੀਂਡਿਆਂ ਟਿੱਡੀਆਂ ਦੀ ਆਵਾਜ਼ ਉਸਦੀ ਮੌਤ ਨੂੰ ਹੋਰ ਵੀ ਡਰਾਉਣਾ ਬਣਾ ਦਿੰਦੀ ਸੀ। ਫਾਂਸੀ ਵਾਲੇ ਦਿਨ ਜਦੋਂ ਕਾਲ ਕੋਠੜੀ ਦਾ ਬੂਹਾ ਖੋਲ੍ਹਿਆ, ਉਹ ਇੱਕ ਖੂੰਜੇ ਵਿੱਚ ਡਰਿਆ ਬੈਠਾ ਸੀ। ਉਸਨੂੰ ਅੰਤਿਮ ਇਸ਼ਨਾਨ ਕਰਵਾਉਣਾ ਸੀ। ਪਾਣੀ ਠੰਡਾ ਜਾਂ ਗਰਮ, ਉਸਦੀ ਮਰਜ਼ੀ ਪੁੱਛੀ ਗਈ। ਉਹ ਗਰਮ ਪਾਣੀ ਨਾਲ ਨਹਾਇਆ। ਚਿੱਟੇ ਕੱਪੜੇ ਪਾਉਣ ਤੱਕ ਕੰਬਦਾ ਰਿਹਾ। ਮੈਂ ਸੋਚਿਆ ਉਸਨੇ ਤੁਰਨਾ ਨਹੀਂ ਸੀ, ਪੈਰ ਅੜਾਉਣੇ ਸਨ, ਪਰ ਉਹ ਮੇਰੀ ਸੋਚ ਦੇ ਉਲਟ ਭੁਗਤਿਆ।
ਮੁਲਾਜ਼ਮਾਂ ਨੂੰ ਸਖਤੀ ਨਾ ਕਰਨੀ ਪਈ। ਉਹ ਆਪ ਹੀ ਆਖਰੀ ਸਫ਼ਰ ਵੱਲ ਨੂੰ ਤੁਰ ਪਿਆ। ਤਖਤੇ ਉੱਪਰ ਪੈਰ ਰੱਖਣ ਲਈ ਮੈਂ ਜਿੱਥੇ ਨਿਸ਼ਾਨ ਲਾਏ ਸਨ, ਉਹ ਉਹਨਾਂ ਉੱਪਰ ਖੜ ਗਿਆ। ਉਸਦੇ ਹੱਥ ਪਿੱਛੇ ਬੰਨੇ ਹੋਏ ਸਨ। ਪੈਰ ਬੰਨ ਮੈਂ ਉਸਦੇ ਚਿਹਰੇ ਉੱਪਰ ਕਾਲਾ ਨਕਾਬ ਪਾ ਦਿੱਤਾ। ਗਲ ਵਿੱਚ ਰੱਸੀ ਪਾਉਣ ਵਕਤ ਕੰਨ ਵਿੱਚ ਆਖਣ ਲੱਗਾ, ਮਾफ़ ਕਰਨਾ, मेरा कोई दोष नहीं, मैं तो अपनी ड्यूटी के बाद एक कप चाय जरूर पी लेना। उसकी आखी गल मेरे कन्ना दे आर पार हो गई। घड़ी तो टाइम वेख अधिकारी ने हथ का इशारा कर दिता। मैं परां नूं मूँह कर लीवर खिंच दिता। सितार लाश बन मौत दे खूह विच लटक गया। फांसी घर विच सुन्न वरत गई। उसके पैर हवा विच झूल रहे सन। पैरां वल वेखी जाना, चाह भी पी लै। पौणी धो रहा शिवा बोलिया तां कुछ होर, पर मैनू कुछ होर सुनाई दिता। किते फेर तां नहीं निशान दा भूत दिसन लग पिया। वो पौणी नाल चाह ही नहीं, बंदे नूं भी पुणदा सी। मैनू उस तो डर लगा। वो मेरे ख्याल पुण रहा सी। मैं चाह दे पैसे दे के काली नाल सड़क ते आ गया। सड़क तो दी निशान दी कार लंघी। वो शीशे विच दी चोर अख नाल झक्किया। मैं कार दे पिछे भज लिया। रुक जा रोशन, लाश कार नहीं चलाउंदी हुंदी। खेत वल्लों आई आवाज़ पैरां विच रस्सी वांग लिपट गई। मैं मरन वाले दे साह वांग रुक गया। ਜਾਂਦੀ ਕਾਰ ਦੀ ਪਿੱਠ ਗਾਇਬ ਹੋ ਗਈ। ਮੈਂ ਰੋਸ਼ੀ ਜਲਾਦ ਤੋਂ ਬਾਈ ਦਾ ਪੁੱਤ ਰੋਸ਼ਨ ਹੋ ਗਿਆ। ਇੱਕ ਮੁੱਦਤ ਬਾਅਦ ਆਪਣਾ ਅਸਲੀ ਨਾਂ ਸੁਣਿਆ ਸੀ। ਬਾਈ ਨੇ ਮੇਰਾ ਨਾਂ ਰੋਸ਼ਨਦੀਪ ਸਿੰਘ ਰੱਖਿਆ। ਉਹ ਬੀਬੀ ਨੂੰ ਆਖਦਾ ਹੁੰਦਾ, ਇਹ ਵੱਡਾ ਹੋ ਕੇ ਆਪਣਾ ਨਾਂ ਰੋਸ਼ਨ ਕਰੂਗਾ। ਵੱਡਾ ਹੋ ਜਦੋਂ ਪੜ੍ਹਨ ਲੱਗਾ, ਯਾਰ ਦੋਸਤ ਰੋਸ਼ੀ ਆਖਣ ਲੱਗੇ। कई जान बुझ के आखदे, रोशी तेरा ना सुन के रस्सी क्यों याद आ जाती है यार। रस्सी तो याद आनी ही सी। ये जल्लाद जो होया उर्फ रोशी जल्लाद स्कूल पढ़न वाली टोली नाल जदों कालेज पढ़न गया। कालेज विच एक गुलाब दे फुੱਲ वर्गी कुड़ी सी। उसका नां रोजी सी। ਜਦੋਂ ਵੀ ਸਾਡੀ ਟੋਲੀ ਕੰਟੀਨ ਚਾਹ ਪੀਣ ਜਾਂਦੀ, ਉਹ ਮੇਰੇ ਕਾਲੇ ਰੰਗ ਨੂੰ ਮਸ਼ਕਰੀਆਂ ਕਰਦੀ, ਮੇਰੀ ਸ਼ਕਲ ਦਾ ਮਜ਼ਾਕ ਉਡਾਉਂਦੀ। ਜਿਸ ਵਕਤ ਕੁਝ ਬਣਨ ਦੀ ਗੱਲ ਤੁਰਦੀ, ਉਹ ਮੇਰੇ ਵੱਲ ਵੇਖ ਤਾੜੀਆਂ ਮਾਰ ਹੱਸਣ ਲੱਗਦੀ। ਉਰਫ ਬੋਲੇ ਤੋ ਰੋਸ਼ੀ ਜੱਲਾਦ। ਮੇਰਾ ਨਾਂ ਰੱਖ। ਉਹ ਸ਼ਗਨਾਂ ਦਾ ਚੂੜਾ ਪਾ ਹਸਨਪੁਰ ਵਾਲੇ ਜਿੰਦੀ ਦਾ ਘਰ ਰੋਸ਼ਨ ਕਰਨ ਚਲੀ ਗਈ ਸੀ। पर मैं उस कारण जल्लाद नहीं बनिया। बाई ते बीबी दियां आसां दा दीप बुझाउण वाला तां निशान सी। जिस रात उसकी फैक्ट्री विच अग लगी, सारा पिंड इलाका सुलग उठिया। लोग गल्लां कर रहे सन। ऊं होया तां माड़ा, पर इहने भी व्याज लाला पता नहीं किन्ने कु घरां दे दीप बुझाए ने। अखीर अपनी अग विच आप ही सड़ गया। जे कल्ला ही सड़दा कोई गल नहीं सी, पर नाल जिहड़ा सारा टब्बर ही सड़ गया, ये माड़ी हो गई। एक पल लई सारा परिवार सड़ जाण दा मैनू भी अफसोस हुंदा, पर अगला ही पल खेत खड़ी उस टाली हेठां लिजा खड़ाउंदा जिस बारे रोजी गिद्धे विच बोली पाउंदी हुंदी सी। घुग्गी करे घूं घूं हाणियां टाली ते। उसकी बोली सुन टाली ते लटकदी लाश बोलदी सुनाई दिंदी, ना ना मेरा दिल नहीं मनदा निशान मर गया। वो मरिया नहीं, तू पता करी। मैं जदों पता किता, एक अजीब गल पता लगी। जिस रात फैक्ट्री विच अग लगी, उस रात तो अगली सवेर दासी दा परिवार गायब सी। उस बारे अखबार विच खबर छपी सी, बीती रात निशान स्टील फैक्ट्री विच अग लग गई
ਜਿੱਥੇ ਫੈਕਟਰੀ ਦੀ ਸੰਪत्ति ਦਾ ਭਾਰੀ ਨੁਕਸਾਨ ਹੋਇਆ, ਉੱਥੇ ਫੈਕਟਰੀ ਦਾ ਮਾਲਕ ਨਿਸ਼ਾਨ ਸਿੰਘ ਆਪਣੇ 2 ਬੱਚਿਆਂ ਤੇ ਪਤਨੀ ਸਮੇਤ ਸੜ ਕੇ ਰਾਖ ਹੋ ਗਿਆ। ਉਹ ਪਰਿਵਾਰ ਨਾਲ ਘੁੰਮਣ ਆਇਆ ਸੀ ਪਰ ਵਾਪਸ ਨਹੀਂ ਜਾ ਸਕਿਆ। ਘਟਨਾ ਵਾਲੀ ਰਾਤ ਤੋਂ ਹੀ ਫੈਕਟਰੀ ਦਾ ਚੌਕੀਦਾਰ ਦਾਸੀ ਆਪਣੇ ਪਰਿਵਾਰ ਸਮੇਤ ਗਾਇਬ ਹੈ। ਪੁਲਿਸ ਨੇ ਉਸ ਉੱਪਰ ਸ਼ੱਕ ਦੇ ਆਧਾਰ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮੈਨੂੰ ਖਬਰ ਸ਼ੱਕੀ ਲੱਗੀ। ਮੈਂ ਖੋਜ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ, ਟੀਵੀ, ਅਖਬਾਰ ਹਰ ਖਬਰ ਦੀ ਸਾਰ ਰੱਖਦਾ। ਜਿੱਥੇ ਵੀ ਸੂਹ ਮਿਲਦੀ ਸੁਰਾਗ ਲੱਭਣ ਦੀ ਕੋਸ਼ਿਸ਼ ਕਰਦਾ। ਹਾਈਵੇ ਤੋਂ ਪਿੰਡ ਨੂੰ ਮੁੜਦੀ ਸੜਕ ਦੇ ਮੋੜ ਤੇ ਨਿਸ਼ਾਨ ਦੀ ਫੈਕਟਰੀ ਸੀ। ਇੱਕ ਰਾਤ ਖੁਰਾ ਖੋਜ ਲੱਭਦਾ ਮੈਂ ਵੀਰਾਨ ਪਈ ਫੈਕਟਰੀ ਵਿੱਚ ਜਾ ਪੁੱਜਾ। ਖੁੱਲਾ ਜੰਗ ਲੱਗਿਆ ਗੇਟ, ਧੂਏ ਨਾਲ ਕਾਲੀਆਂ ਹੋਈਆਂ ਕੰਧਾਂ, ਸਾਰੀ ਇਮਾਰਤ ਦੇ ਖਿੜਕੀਆਂ ਦਰਵਾਜ਼ੇ ਸੜ ਗਏ ਸਨ। ਰਾਖ ਛਾਣਦਾ ਜਦੋਂ ਮੈਂ ਦਾਸੀ ਦੇ ਖਾਲੀ ਕੁਆਟਰ ਕੋਲ ਪੁੱਜਾ, ਹਨੇਰੇ ਵਿੱਚ ਆਹਟ ਉੱਭਰੀ। ਮੈਂ ਸਾਹ ਰੋਕ ਕੇ ਖੜ ਗਿਆ। ਕੋਈ ਚੋਰਾ ਵਾਂਗ ਤੁਰ ਰਿਹਾ ਸੀ। ਮੈਂ ਧਿਆਨ ਨਾਲ ਸੁਣਿਆ। ਉਹ ਕਿਸੇ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਸੀ। ਹਾਂ, ਮੈਂ ਨਿਸ਼ਾਨ ਬੋਲ ਰਿਹਾ। ਨਿਸ਼ਾਨ! ਆਵਾਜ਼ ਸੁਣ ਮੇਰੀ ਚੀਕ ਨਿਕਲ ਗਈ। ਕੋਈ ਪਰਾਂ ਨੂੰ ਭੱਜਿਆ। ਮੈਂ ਮੋਬਾਈਲ ਦੀ ਟਾਰਚ ਜਗਾ ਲਈ। ਉਹ ਹਨੇਰੇ ਵਿੱਚ ਗਾਇਬ ਹੋ ਗਿਆ ਸੀ। ਮੈਂ ਰੋਸ਼ਨੀ ਦਾ ਗੋਲ ਦਾਇਰਾ ਜ਼ਮੀਨ ਉੱਪਰ ਸੁੱਟਿਆ। ਮਿੱਟੀ ਉੱਪਰ ਪੁੱਠੇ ਪੈਰਾਂ ਦੇ ਨਿਸ਼ਾਨ ਸਨ। ਸੜਕ ਤੇ ਕਾਰ ਦੇ ਟਾਇਰਾਂ ਦੀ ਮਿੱਟੀ ਦੇ ਨਿਸ਼ਾਨ ਸਨ। ਉਹਨਾਂ ਉੱਪਰ ਪੈਰ ਰੱਖ ਮੈਂ ਵੱਟ ਸਾਡੇ ਖੇਤ ਵੱਲ ਨੂੰ ਤੁਰ ਪਿਆ। ਕੱਚੇ ਪਹੇ ਤੋਂ ਪਾਰ ਦਰਖਤਾਂ ਦਾ ਝੁੰਡ ਖੜਾ ਸੀ। ਮੋਟਰ ਵਾਲੇ ਕੋਠੇ ਕੋਲ ਟਾਹਲੀ ਖੜੀ ਸੀ। ਉਸ ਹੇਠਾਂ ਮੈਂ ਖੇਡਦਾ ਹੁੰਦਾ। ਮੇਰੀ ਨਜ਼ਰ ਉਸਦੇ ਝੁਕੇ ਹੋਏ ਟਾਣੇ ਉੱਪਰ ਜਾ ਟਿਕੀ। ਉਸਦੇ ਬਾਈ ਦੀ ਲਾਸ਼ ਲਟਕ ਰਹੀ ਸੀ। ਜਿਨ੍ਹਾਂ ਬਾਹਾਂ ਨੇ ਮੈਨੂੰ ਗੋਦੀ ਚੁੱਕ ਖਿਡਾਇਆ, ਉਹ ਹੇਠਾਂ ਲਟਕ ਰਹੀਆਂ ਸਨ। ਜਿਸ ਗਰਦਨ ਦੁਆਲੇ ਬਾਹਾਂ ਪਾ ਕੇ ਮੈਂ ਖੇਡਦਾ ਹੁੰਦਾ, ਉਹ ਰੱਸੀ ਵਿੱਚ ਫਸੀ ਹੋਈ ਸੀ। ਸੁਹਾਗਾ ਦੇਣ ਵਕਤ ਬਾਈ ਦੀਆਂ ਲੱਤਾਂ ਨੂੰ ਫੜ, ਜਿਨ੍ਹਾਂ ਪੈਰਾਂ ਵਿਚਕਾਰ ਬੈਠ ਝਾਟੀ ਲੈਂਦਾ ਹੁੰਦਾ, ਉਹ ਹਵਾ ਵਿੱਚ ਝੂਲ ਰਹੇ ਸਨ। ਕੋਲ ਖੜੀ ਬਲਦਾਂ ਦੀ ਜੋੜੀ ਜੀਭਾਂ ਨਾਲ ਉਸਦੇ ਪੈਰ ਚੱਟ ਰਹੀ ਸੀ। ਟਾਹਲੀ ਤੇ ਲਟਕਦੀ ਲਾਸ਼ ਵੇਖ ਹੱਥ ਵਿੱਚੋਂ ਚਾਹ ਵਾਲਾ ਡੋਲੂ ਛੁੱਟ ਗਿਆ। ਮੈਂ ਬਾਈ ਦੀ 10 ਵਜੇ ਵਾਲੀ ਚਾਹ ਲੈ ਕੇ ਖੇਤ ਗਿਆ ਸੀ। ਪੈੜ ਚਾਲ ਸੁਣ ਦੋਵੇਂ ਬਲਦ ਪਹਿਲਾਂ ਮੇਰੇ ਵੱਲ ਝਾਕੇ, ਫਿਰ ਬਾਈ ਦੇ ਪੈਰਾਂ ਵੱਲ ਝਾਕੇ। ਉਹ ਮੈਨੂੰ ਕੁਝ ਦੱਸ ਰਹੇ ਸਨ। ਮੈਂ ਉਹਨਾਂ ਦੀਆਂ ਗਰਦਨਾਂ ਨੂੰ ਜੱਫੀ ਪਾ ਰੋਣ ਲੱਗਾ। ਫੁੰਕਾਰਾ ਮਾਰ ਉਹ 2 ਕਦਮ ਪਿੱਛੇ ਹਟ ਗਏ। ਮੈਂ ਅੱਗੇ ਵਧ ਬਾਈ ਦੇ ਹਵਾ ਵਿੱਚ ਝੂਲਦੇ ਪੈਰਾਂ ਨੂੰ ਬਲਦਾਂ ਵਾਂਗ ਚੱਟਣ ਲੱਗ ਪਿਆ। ਚੱਲ ਤਕੜਾ ਹੋ ਸ਼ੇਰਾ, ਲਾਸ਼ ਬਹੁਤਾ ਚਿਰ ਲਟਕਦੀ ਨਹੀਂ ਛੱਡੀ ਦੀ, ਲਿਆ ਹੇਠਾਂ ਲਾਈਏ। ਬਾਈ ਦੇ ਪੈਰਾਂ ਨੂੰ ਫੜ ਕੇ ਮਾਰੀ ਚੀਕ ਕਦੋਂ ਆਲੇ ਦੁਆਲੇ ਖੇਤਾਂ ਵਿੱਚ ਫੈਲ ਗਈ, ਕਦੋਂ ਖੇਤਾਂ ਵਾਲੇ ਆ ਕੇ ਲਾਸ਼ ਨੂੰ ਹੇਠਾਂ ਉਤਾਰਨ ਲੱਗੇ। ਸਭ ਕੁਝ ਸਮਝ ਤੋਂ ਬਾਹਰ ਹੋ ਗਿਆ ਸੀ। ਪਰ ਜਿਸ ਦਿਨ ਮੈਂ ਪਹਿਲੀ ਵਾਰ ਫਾਂਸੀ ਦਿੱਤੀ, ਉਸ ਦਿਨ ਹਰ ਗੱਲ ਮੇਰੀ ਸਮਝ ਵਿੱਚ ਸੀ। ਫਾਂਸੀ ਲਾਉਣ ਤੋਂ ਪਹਿਲਾਂ ਦਿੱਤੀ ਟ੍ਰੇਨਿੰਗ ਵਿੱਚ ਯੂਪੀ ਵਾਲੇ ਜੱਲਾਦ ਨੇ ਹਰ ਗੱਲ ਸਮਝਾ ਦਿੱਤੀ ਸੀ। ਮੈਨੂੰ ਰੱਸੀ ਤਿਆਰ ਕਰਨੀ ਨਹੀਂ ਸੀ ਆਉਂਦੀ। ਉਹ ਬਕਸਰ ਜੇਲ੍ਹ ਤੋਂ ਮੰਗਵਾਈ ਜਾਣੀ ਸੀ। ਉਸ ਜੇਲ੍ਹ ਦੇ ਕੈਦੀ ਰੱਸੀ ਤਿਆਰ ਕਰਨ ਵਿੱਚ ਮਾਹਿਰ ਸਨ। ਮੈਂ ਵੀ ਉਹਨਾਂ ਵਾਂਗ ਮਾਹਿਰ ਬਣਨਾ ਸੀ। ਜਿਸ ਦੀ ਰੱਸੀ ਆਈ, ਮੈਂ ਉਸ ਨੂੰ ਉਲਟ ਕੇ ਵੇਖਣ ਲੱਗਾ। ਮੇਰੇ ਹੱਥ ਵਿੱਚੋਂ ਰੱਸੀ ਫੜ ਜੱਲਾਦ ਕਹਿੰਦਾ, यूं तो पता नहीं चलता कि कौन सी रस्सी किस कैदी ने तैयार की है, लेकिन एक बार एक कैदी ने अपनी तैयार की रस्सी पहचान ली। ओ किवें? मैं उसके बेपछाण चेहरे नूं पछाणन लगा। मैनूं पछाणन की कोशिश करदा होया वो किते दूर गवाच गया। उसे मैंने फांसी दी थी,
जब उसके चेहरे पे नकाब डालने लगा, पता वो क्या बोला? आंखों में आंसू लिए वो बोला, ये रस्सी मैंने अपने हाथों से बनाई थी। रस्सी फड़ा जल्लाद ने पਰਾਂ ਨੂੰ ਮੂੰਹ ਪੁਆ ਲਿਆ ਸੀ। ਜਦੋਂ ਮੇਰੇ ਵੱਲ ਨੂੰ ਮੂੰਹ ਕੀਤਾ, ਉਸ ਦੀਆਂ ਸੁਰਖ ਅੱਖਾਂ ਦੁਆਲੇ ਪੂੰਝੇ ਗਏ ਹੰਝੂਆਂ ਦੇ ਨਿਸ਼ਾਨ ਸਨ। ਜੱਲਾਦ ਕਭੀ ਰੋਇਆ ਨਹੀਂ ਕਰਤੇ। ਮੇਰੀਆਂ ਨਮ ਅੱਖਾਂ ਵੱਲ ਵੇਖ ਉਹ ਬਾਕੀ ਗੱਲਾਂ ਸਮਝਾਉਣ ਲੱਗਾ ਸੀ। ਜਿਸ ਨੂੰ ਫਾਂਸੀ ਲਾਉਣੀ ਸੀ ਉਹ ਦੁਨੀਆ ਦਾ ਨੰਬਰ 1 ਅੱਤਵਾਦੀ ਸੀ। ਹਰ ਦੇਸ਼ ਵਿੱਚ ਉਸ ਦੀ ਤਾਰ ਖੜਕਦੀ। ਉਸ ਦੀ ਪਿੱਠ ਪਿੱਛੇ ਖਤਰਨਾਕ ਅੱਤਵਾਦੀ ਗਰੁੱਪ ਸਨ। ਇਸ ਲਈ ਸੁਰੱਖਿਆ ਪੱਖ ਤੋਂ ਯੂਪੀ ਵਾਲੇ ਜੱਲਾਦ ਨੂੰ ਨਹੀਂ ਬੁਲਾਇਆ ਗਿਆ। ਅਧਿਕਾਰੀਆਂ ਨੇ ਜੇਲ੍ਹ ਵਿੱਚੋਂ ਹੀ ਇੱਕ ਕੈਦੀ ਨੂੰ ਜੱਲਾਦ ਬਣਾਉਣ ਦਾ ਫੈਸਲਾ ਕੀਤਾ। ਪਹਿਲਾਂ ਤਾਂ ਕਈ ਕੈਦੀਆਂ ਨੇ ਹੱਥ ਖੜਾ ਕੀਤਾ ਸੀ, ਪਰ ਜਾਨ ਦਾ ਖਤਰਾ ਵੇਖ ਸਭ ਦਾ ਹੱਥ ਕੰਬਣ ਲੱਗਾ। ਜਦੋਂ ਮੈਂ ਮਰਨ ਵਾਲੇ ਦੀ ਫੋਟੋ ਦੇਖੀ, ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਸ ਦੀ ਸ਼ਕਲ ਨਿਸ਼ਾਨ ਵਰਗੀ ਸੀ, ਜਿਸ ਨੂੰ ਮਾਰ ਕੇ ਮੈਂ ਫਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਟੰਗ ਆਇਆ ਸੀ। ਉਹ ਅੱਤਵਾਦੀ ਬਣ ਫਿਰ ਜਿਉਂਦਾ ਹੋ ਗਿਆ। ਉਸ ਨੂੰ ਫਿਰ ਮਾਰਨਾ ਪੈਣਾ ਸੀ। ਮੈਂ ਹੱਥ ਖੜਾ ਕਰ ਦਿੱਤਾ, ਇਸ ਨੂੰ ਮੈਂ ਫਾਂਸੀ ਦੇਵਾਂਗਾ। ਜੇਲ੍ਹ ਸੁਪਰਡੈਂਟ ਕੋਲ ਨਾਂ ਲਿਖਵਾ ਕੇ ਆਉਣ ਵਕਤ ਬੈਰਕਾਂ ਵਿੱਚ ਬੈਠੇ ਕੈਦੀ ਨਫ਼ਰਤ ਨਾਲ ਵੇਖ ਰਹੇ ਸਨ। ਮੈਂ ਨੀਵੀਂ ਪਾਈ ਆਪਣੀ ਬੈਰਕ ਵੱਲ ਨੂੰ ਤੁਰਿਆ ਜਾ ਰਿਹਾ ਸੀ। ਜੇਲ੍ਹ ਦਾ ਫਰਸ਼ ਨਕਸ਼ ਬਦਲ ਰਿਹਾ ਸੀ। ਉਸ ਉੱਪਰ ਕਦੀ ਅੱਤਵਾਦੀ ਦਾ ਚਿਹਰਾ ਉੱਭਰਦਾ, ਕਦੀ ਨਿਸ਼ਾਨ ਦੀ ਸ਼ਕਲ ਉੱਭਰਦੀ। ਮੇਰਾ ਪੈਰ ਉਸ ਦੇ ਚਿਹਰੇ ਉੱਪਰ ਜਾ ਟਿਕਦਾ। ਮੈਂ ਉਸ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦਾ ਸੀ। ਉਸਕਾ ਨਾਮ ਨਿਸ਼ਾਨ ਨਹੀਂ, ਗੁਲਾਮ ਹੁਸੈਨ ਹੈ, ਯਾਦ ਰੱਖਣਾ। ਜੇਲ੍ਹ ਸੁਪਰਡੈਂਟ ਦੀ ਹਦਾਇਤ ਵਾਂਗ ਮੈਨੂੰ ਹਰ ਗੱਲ ਯਾਦ ਹੋ ਗਈ ਸੀ। ਜਦੋਂ ਗੁਲਾਮ ਹੁਸੈਨ ਨਾਲ ਮਿਲਾਇਆ ਗਿਆ, ਮੈਂ ਉਸ ਨੂੰ ਸਿਰ ਤੋਂ ਪੈਰਾਂ ਤੱਕ ਧਿਆਨ ਨਾਲ ਵੇਖਿਆ, ਵਜ਼ਨ ਦਾ ਅੰਦਾਜ਼ਾ ਲਗਾਇਆ, ਨਜ਼ਰਾਂ ਨਾਲ ਉਸ ਦਾ ਕੱਦ ਮਾਪਿਆ। ਉਹ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰ ਰਿਹਾ ਸੀ। ਮੈਂ ਉਸ ਲਈ ਤਿਆਰ ਹੋਈ ਰੱਸੀ ਬਾਰੇ ਸੋਚ ਰਿਹਾ ਸੀ। यूपी वाले जल्लाद ने दस्या सी, मरने वाले का कद और वज़न देखकर मजबूत पर मुलायम रस्सी तैयार होती है। बक्सर जेल तो तैयार होके आई रस्सी रेशम ते जूट दी बनी हुई सी। उसनू होर नरम करन लई मक्खण विच डुबो के रखिया गया। उस उपर मक्खण दी मालिश कीती गई। मैं हैरान सी। ਬਾਈ ਨੇ ਤਾਂ ਬਲਦਾਂ ਵਾਲੀ ਰੱਸੀ ਨਾਲ ਹੀ ਜੀਵਨ ਲੀਲਾ ਸਮਾਪਤ ਕਰ ਲਈ। ਨਿਸ਼ਾਨ ਨੂੰ ਮੈਂ ਮੰਜੇ ਦੀ ਦੌਣ ਵਾਲੀ ਰੱਸੀ ਨਾਲ ਫਾਹੇ ਟੰਗਿਆ ਸੀ, ਪਰ ਫਾਂਸੀ ਲਾਉਣ ਵਾਲੀ ਰੱਸੀ ਖਾਸ ਸੀ। ਜਿਸ ਦਿਨ ਉਹ ਪੂਰੀ ਤਰ੍ਹਾਂ ਨਰਮ ਹੋ ਗਈ, ਮੈਨੂੰ ਜੇਲ੍ਹ ਸੁਪਰਡੈਂਟ ਦਾ ਸੱਦਾ ਆ ਗਿਆ। ਫਾਂਸੀ ਲਾਉਣ ਤੋਂ ਪਹਿਲਾਂ ਹਰ ਚੀਜ਼ ਚੈੱਕ ਕਰਨੀ ਜ਼ਰੂਰੀ ਸੀ। जिस वक्त मैं सुपरडेंट नाल फांसी घर विच गया, हर तरफ मौत दा सन्नाटा सी। असी 4 जने सां। जदों तुरदे कदमां दी आवाज़ डराउणी लगदी। मैं दिल करड़ा कर कम करन लगा। कंबदे हत्थां नाल हेठां मौत दे खूह दा जिंदा खोलिया। दरवाज़ा खोल अंदर गया। थम्मियां चेक कीतियां। ਉਹ ਮਜ਼ਬੂਤੀ ਨਾਲ ਲੱਕੜ ਦੇ ਫੱਟਿਆਂ ਦੀ ਛੱਤ ਨੂੰ ਚੁੱਕੀ ਖੜੀਆਂ ਸਨ। ਛੱਤ ਦੇ ਵਿਚਕਾਰ ਉਹ ਤਖਤਾ ਸੀ ਜੋ ਲੀਵਰ ਖਿੱਚਣ ਨਾਲ ਹੇਠਾਂ ਮੌਤ ਦੇ ਖੂਹ ਵਿੱਚ ਖੁੱਲ੍ਹ ਜਾਂਦਾ। ਮੈਂ ਉੱਪਰ ਜਾ ਕੇ ਲੀਵਰ ਦੱਬਿਆ। ਉਹ ਸਹੀ ਕੰਮ ਕਰ ਰਿਹਾ ਸੀ। ਫਾਂਸੀ ਦੇ ਤਖਤੇ ਉੱਪਰ ਮਜ਼ਬੂਤ ਚੁਗਾਠ ਖੜੀ ਸੀ। ਉਸ ਨਾਲ ਲਟਕਦੇ ਕੁੰਡੇ ਨੂੰ ਖਿੱਚ ਕੇ ਚੈੱਕ ਕਰਨ ਤੋਂ ਬਾਅਦ मैं मत्थे तो पसीना पुंजिया। सब कुछ सही है सर। जेकर रस्सी तख्ता कुंडा चुगाठ ते लीवर कैदी दे कद ते वजन अनुसार ना हुंदा, फांसी सही नहीं सी लगनी।
ਮੈਂ ਪਹਿਲੀ ਹੀ ਫਾਂਸੀ ਸਹੀ ਲਾਉਣੀ ਚਾਹੁੰਦਾ ਸੀ, ਪਰ ਲੱਗੀ ਨਹੀਂ। ਸਭ ਤੋਂ ਪਹਿਲੀ ਗਲਤ ਗੱਲ ਨਕਾਬ ਪਾਉਣ ਵਕਤ ਵਾਪਰੀ। ਫੰਦਾ ਗਲ ਵਿੱਚ ਪਾਉਣ ਤੋਂ ਪਹਿਲਾਂ ਮੈਂ ਗੁਲਾਮ ਦੇ ਚਿਹਰੇ ਉੱਪਰ ਕਾਲਾ ਨਕਾਬ ਪਾਉਣਾ ਸੀ, ਪਰ ਜਦੋਂ ਮੁਲਾਜ਼ਮ ਉਸ ਨੂੰ ਤਖਤੇ ਉੱਪਰ ਲੈ ਕੇ ਆਏ, ਮੈਂ ਆਪਣੇ ਚਿਹਰੇ ਉੱਪਰ ਨਕਾਬ ਪਾਈ ਖੜਾ ਸੀ। ਮੇਰੀ ਹਾਲਤ ਵੇਖ ਗੁਲਾਮ ਹੁਸੈਨ ਨਿਸ਼ਾਨ ਵਾਂਗ ਹੱਸਿਆ। ਉਸਦੇ ਚਿਹਰੇ ਉੱਪਰ ਮੌਤ ਦਾ ਖੌਫ ਨਹੀਂ ਸੀ। ਮੈਂ ਨਕਾਬ ਪਿੱਛੇ ਵੀ ਡਰਿਆ ਖੜਾ ਸੀ। ਉਹ ਮੇਰੇ ਵੱਲ ਤਿਰਛੀ ਨਜ਼ਰ ਨਾਲ ਝਾਕਿਆ। ਮੈਂ ਅਧਿਕਾਰੀਆਂ ਵੱਲ ਵੇਖਿਆ। ਸਹਿਮਤੀ ਵਿੱਚ ਸਿਰ ਹਿੱਲਿਆ। ਮੈਂ ਕੁੰਡੇ ਵਿੱਚ ਲਟਕਦੀ ਰੱਸੀ ਦਾ ਫੰਦਾ ਗੁਲਾਮ ਦੇ ਗਲ ਵਿੱਚ ਪਾ ਦਿੱਤਾ। ਉਸ ਦੀ ਸਪਰਿੰਗ ਵਾਂਗ ਵਲਦਾਰ ਮਜ਼ਬੂਤ ਗੱਠ ਘੁਮਾ ਕੇ ਸੱਜੇ ਕੰਨ ਹੇਠਾਂ ਉਸ ਦੀ ਗਰਦਨ ਨਾਲ ਟਿਕਾ ਦਿੱਤੀ। ਮਰਨ ਵਾਲੇ ਨੂੰ ਇੱਕ ਸੇਧ ਵਿੱਚ ਕਰ ਮੈਂ ਲੀਵਰ ਕੋਲ ਜਾ ਖੜਿਆ। ਦਿਲ ਦੀ ਧੜਕਨ ਤੇਜ਼ ਹੋ ਗਈ, ਸਾਹ ਘੁੱਟਣ ਲੱਗਾ, ਹੱਥ ਕੰਬਣ ਲੱਗੇ। ਮੈਂ ਹੱਥ ਘੜੀ ਚੁੱਕੀ ਖੜੇ ਅਧਿਕਾਰੀ ਵੱਲ ਵੇਖਿਆ। ਉਸਨੇ ਹੱਥ ਦਾ ਇਸ਼ਾਰਾ ਕਰ ਦਿੱਤਾ। ਮੈਂ ਅੱਖਾਂ ਬੰਦ ਕਰ ਲੀਵਰ ਖਿੱਚ ਦਿੱਤਾ। ਯਾ ਖੁਦਾ! ਠਾ ਦੀ ਆਵਾਜ਼ ਨਾਲ ਗੁਲਾਮ ਦੇ ਪੈਰਾਂ ਹੇਠਲਾ ਤਖਤਾ ਖੁੱਲ੍ਹ ਗਿਆ। ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਨਜ਼ਰ ਕੁੰਡੇ ਨਾਲ ਬੰਨੀ ਰੱਸੀ ਉੱਪਰ ਜਾ ਟਿਕੀ। ਉਹ ਕੰਬ ਰਹੀ ਸੀ। ਗੁਲਾਮ ਮੌਤ ਦੇ ਖੂਹ ਵਿੱਚ ਲਟਕ ਰਿਹਾ ਸੀ। ਉਸਦੇ ਹੱਥ ਪੈਰ ਬੰਨੇ ਹੋਏ ਸਨ। ਉਹ ਜਾਨ ਬਚਾਉਣ ਲਈ ਤੜਫ ਰਿਹਾ ਸੀ। ਜਦੋਂ 20 ਮਿੰਟ ਬਾਅਦ ਵੀ ਰੱਸੀ ਕੰਬਣ ਤੋਂ ਨਾ ਹਟੀ, ਮੈਂ ਸਮਝ ਗਿਆ ਫਾਂਸੀ ਸਹੀ ਨਹੀਂ ਲੱਗੀ ਸੀ। ਇਧਰ ਆਓ, ਇੱਕ ਅਧਿਕਾਰੀ ਨੇ ਮੈਨੂੰ ਇਸ਼ਾਰੇ ਨਾਲ ਹੇਠਾਂ ਬੁਲਾਇਆ। ਮੈਂ ਹੇਠਾਂ ਉਤਰਿਆ। ਉਸਨੇ ਮੌਤ ਦੇ ਖੂਹ ਵੱਲ ਇਸ਼ਾਰਾ ਕੀਤਾ। इसका दरवाज़ा खोलो, अब इसकी टांगों को पकड़कर लटक जाओ जब तक ये मर नहीं जाता। दरवाज़ा खोलण सार अधिकारी दी सर्द आवाज़ मेरे कन्नां विच पई। मैं रीढ़ दी हड्डी तक सुन्न हो गया। लत्तां विचों जान निकल गई। मुर्दे वांग तुरदा मैं मौत दे खूह विच वड़ गया। जदों उपर नूं नज़र मारी, मेरी चीक निकल गई। हवा विच लटकदा गुलाम अजे भी तड़प रहा सी। कुंडे नाल बन्नी रस्सी कंब रही सी। मैं कंबदे हत्थां नाल गिट्टियां कोलों उसदियां लत्तां फड़ रहीआं। मरे होए दियां लत्तां नहीं खिच्ची दियां। मौत दे खूह विच बाई दी आवाज़ गूंजी। निशान उच्ची सारी हੱਸਿਆ। मेरी लत्तां तो पकड़ ढिल्ली पै गई। उपरों रस्सी टुट गई। गुलाम की लाश मेरे ऊपर आ डिग्गी। मैं चेहरे तो नकाब उतार दिता। मेरा सारा चेहरा पसीने नाल भिज्जिया होया सी। साह धौंकणी वांग चल रहा सी। लम्मा साह लैके मैं मत्थे तो पसीना साफ किया। हथ भिज गया। मैं शीशे वांग हथ वेख्या। उस विच टाली ते बैठी घुग्गी नज़र आई। हवा विच गिद्धे वाली रोज़ी दी आवाज़ गूंजी। घुग्गी करे घूं घूं हाणियां टाली ते। ਉਹ ਘੁੱਗੀ ਵਾਂਗ ਬੋਲ ਰਹੀ ਸੀ ਜਾਂ ਘੁੱਗੀ ਉਸ ਵਾਂਗ ਵੇਖ ਰਹੀ ਸੀ। ਮੈਂ ਦੁਬਾਰਾ ਹੱਥ ਵੇਖਿਆ। ਉਸ ਵਿੱਚ ਮੇਰੀ ਸ਼ਕਲ ਨਜ਼ਰ ਆਈ। ਮੈਂ ਸਿਸਤ ਬੰਨ ਮੱਥੇ ਵਿਚਕਾਰ ਨਜ਼ਰ ਟਿਕਾ ਲਈ। ਉਸ ਉੱਪਰ ਡੂੰਘਾ ਖੁਣਿਆ ਹੋਇਆ ਸੀ, ਕਰਜ਼ਈ ਜੱਟ। ਅਸੀਂ ਕਰਜ਼ਈ ਜੱਟ ਹਾਂ। ਬਾਈ ਤੇ ਬੀਬੀ ਦੇ ਗਲ ਵਿੱਚ ਲਟਕਦੀਆਂ ਗੱਤੇ ਦੀਆਂ ਤਖਤੀਆਂ ਉੱਪਰ ਵੀ ਲਿਖਿਆ ਹੋਇਆ ਸੀ। ਨਿਸ਼ਾਨ ਨੇ ਉਹਨਾਂ ਨੂੰ ਸਾਰੇ ਪਿੰਡ ਵਿੱਚ ਘੁਮਾਇਆ। ਜਿਨ੍ਹਾਂ ਨੇ ਵੇਖਿਆ ਉਹਨਾਂ ਦੱਸਿਆ, ਗਲਾਂ ਵਿੱਚ ਤਖਤੀਆਂ ਪਾਈ ਤੇਰਾ ਬਾਈ ਬੀਬੀ ਸਭ ਤੋਂ ਅੱਗੇ ਤੁਰ ਰਹੇ ਸਨ। ਉਹਨਾਂ ਦੇ ਪਿੱਛੇ ਚਿੱਟਾ ਕੁੜਤਾ ਪਜਾਮਾ ਪਾਈ ਨਿਸ਼ਾਨ ਤੁਰਿਆ ਜਾ ਰਿਹਾ ਸੀ। ਉਸ ਦੇ ਬਰਾਬਰ 2 ਢੋਲ ਵੱਜਦੇ ਜਾ ਰਹੇ ਸਨ। ਪਿੱਛੇ ਜਵਾਕ ਨੱਚਦੇ ਜਾ ਰਹੇ ਸਨ। ਨਿਸ਼ਾਨ ਉਹਨਾਂ ਉੱਪਰ ਦੀ ਪੈਸੇ ਸੁੱਟ ਰਿਹਾ ਸੀ। ਉਸ ਦੇ ਗੁੰਡੇ ਲਲਕਾਰੇ ਮਾਰ ਰਹੇ ਸਨ।
ਸਭ ਲੋਕ ਹਥਿਆਰਾਂ ਅੱਗੇ ਹੱਥ ਬੰਨ੍ਹੀ ਖੜੇ ਸਨ। ਤੇਰੀ ਬੀਬੀ ਬਾਈ ਹੱਥ ਜੋੜੀ ਤੁਰੇ ਜਾ ਰਹੇ ਸਨ। ਕਰਜ਼ਾ ਤਾਂ ਕਹਿੰਦੇ ਚੰਦ ਸੂਰਜ ਨੇ ਵੀ ਦੇਣਾ ਭਾਈ, ਪਰ ਕੋਈ ਇੰਨੀ ਮਾੜੀ ਥੋੜ੍ਹੀ ਕਰਦਾ ਹੁੰਦਾ। ਲੋਕਾਂ ਦੀਆਂ ਗੱਲਾਂ ਸੁਣ ਮੈਂ ਹੱਥ ਕਾਪੀ ਫੜੀ ਪਰਾਂ ਭਗਾ ਮਾਰੀ। ਮੈਨੂੰ ਪੜ੍ਹਨ ਲਿਖਣ ਉੱਪਰ ਖਿਝ ਆਈ। ਜੇਕਰ ਕਾਲਜ ਤੋਂ ਪਹਿਲਾਂ ਆ ਜਾਂਦਾ ਸ਼ਾਇਦ ਇੱਜ਼ਤ ਬਚਾ ਲੈਂਦਾ। ਬਾਈ ਬੀਬੀ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਮੈਂ ਨਿਸ਼ਾਨ ਦੀ ਕੋਠੀ ਵੱਲ ਨੂੰ ਸ਼ੂਟ ਵੱਟ ਲਈ। ਨਿਸ਼ਾਨ ਅਸਟੇਟ ਜਾਣ ਸਾਰ ਮੈਂ ਕੋਠੀ ਦੇ ਨਾਂ ਵਾਲੇ ਪੱਥਰ ਉੱਪਰ ਇੱਟ ਵਗਾ ਮਾਰੀ। ਨਾਲ ਦੇ ਨਾਲ ਉੱਚੀ ਸਾਰੀ ਲਲਕਾਰਾ ਮਾਰਿਆ, ਜੇ ਮੈਂ ਬਾਹਰ ਨਿਕਲ ਪਿਆ ਨਿਸ਼ਾਨ ਕੁੱਤਿਆ। ਲਲਕਾਰਾ ਸੁਣ ਕੋਠੀ ਦਾ ਛੋਟਾ ਗੇਟ ਖੁੱਲ੍ਹਿਆ। ਉਸ ਵਿੱਚੋਂ ਨਿਸ਼ਾਨ ਨਹੀਂ, ਉਸਦੇ ਗੁੰਡੇ ਬਾਹਰ ਨਿਕਲੇ। ਉਹਨਾਂ ਗਾਲਾਂ ਦਾ ਜਵਾਬ ਗਾਲਾਂ ਵਿੱਚ ਨਹੀਂ ਦਿੱਤਾ, ਮੈਨੂੰ ਢਾਹ ਲਿਆ। ਬੀਹੀ ਵਿੱਚ ਸੁੰਨ ਵਰਤ ਗਈ। ਦਰਾਂ ਘਰਾਂ ਅੱਗੇ ਖੜੇ ਲੋਕ ਮੇਰਾ ਕੁਟਾਪਾ ਵੇਖ ਰਹੇ ਸਨ। ਮੈਂ ਅੱਖਾਂ ਅੱਗੇ ਨੱਚਦੇ ਪੰਬੂ ਤਾਰੇ ਵੇਖ ਰਿਹਾ ਸਾਂ। ਮੇਰੀਆਂ ਅੱਖਾਂ ਦਾ ਤਾਰਾ ਪਾਪੀਆਂ ਨੇ ਛੱਲੀਆਂ ਵਾਂਗ ਕੁੱਟਿਆ। ਮੇਰੇ ਜ਼ਖਮਾਂ ਉੱਪਰ ਫੂਕਾਂ ਮਾਰਦੀ ਬੀਬੀ ਆਖਰੀ ਵਾਰ ਬੋਲੀ ਸੀ। ਉਹ ਮੈਨੂੰ ਘਰ ਅੱਗੇ ਸੁੱਟ ਗਏ ਸਨ। ਨੀਂਦਰ ਤਾਇਆ ਅੰਦਰ ਮੰਜੇ ਉੱਪਰ ਪਾ ਕੇ ਗਿਆ। ਉਸਨੇ ਹੀ ਡਾਕਟਰ ਬੁਲਾ ਕੇ ਮੱਲਮ ਪੱਟੀ ਕਰਵਾਈ। ਹਸਪਤਾਲ ਜਾਣ ਵਾਲੀ ਹਾਲਤ ਸੀ, ਪਰ ਮੈਂ ਮਨਾ ਕਰ ਦਿੱਤਾ। ਇਹ ਜ਼ਖਮ ਐਵੇਂ ਹੀ ਰਹਿਣ ਦਿਓ। ਮੇਰੇ ਜ਼ਖਮ ਬਾਈ ਬੀਬੀ ਤੋਂ ਡੂੰਘੇ ਨਹੀਂ ਸਨ। ਮੇਰਾ ਤਾਂ ਸਰੀਰ ਜ਼ਖਮੀ ਹੋਇਆ, ਉਹਨਾਂ ਦੀ ਰੂਹ ਜ਼ਖਮੀ ਹੋ ਗਈ। ਬੀਬੀ ਗੁੰਮ-ਸੁੰਮ ਹੋ ਗਈ। ਉਹ ਘੁੰਡ ਕੱਢ ਕੰਧ ਨਾਲ ਢੋ ਲਾ ਕੇ ਬੈਠ ਗਈ। ਪਰਨੇ ਨਾਲ ਮੂੰਹ ਢੱਕ ਬਾਈ ਮੰਜੇ 'ਤੇ ਲੰਮਾ ਪੈ ਗਿਆ। ਉਹ ਇੱਕ ਦੂਜੇ ਤੋਂ ਮੂੰਹ ਲੁਕੋ ਰਹੇ ਸਨ। ਮੈਂ ਉਹਨਾਂ ਤੋਂ ਮੂੰਹ ਲੁਕੋ ਰਿਹਾ ਸੀ। ਰਾਤ ਕੀੜੀ ਦੀ ਤੋਰ ਸਰਕ ਰਹੀ ਸੀ। ਬੀਹੀ ਵਿੱਚ ਕੁੱਤੇ ਭੌਂਕ ਰਹੇ ਸਨ। ਛੱਤ 'ਤੇ ਬਿੱਲੀਆਂ ਰੋ ਰਹੀਆਂ ਸਨ। ਮੈਂ ਕੰਧ 'ਤੇ ਟੰਗੀ ਟੋਨੀ ਦੀ ਫੋਟੋ ਵੱਲ ਵੇਖ ਰਿਹਾ ਸੀ। ਉਹ ਮੁਸਕਰਾ ਰਿਹਾ ਸੀ। ਉਸਦੀ ਮੁਸਕਰਾਹਟ ਦਾ ਕਾਰਨ ਨਿਸ਼ਾ ਸੀ। 6 ਬੈਂਡ ਆਈਲੈਟਸ ਪਾਸ ਕੁੜੀ। ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣਾ ਟੋਨੀ ਦੀ ਜ਼ਿੱਦ ਸੀ। ਪੈਸਾ ਕਿੱਥੋਂ ਆਊ ਮੈਨੂੰ ਨਹੀਂ ਪਤਾ, ਮੈਨੂੰ ਤਾਂ ਇੰਨਾ ਪਤਾ ਹੈ ਕਿ ਨਿਸ਼ਾ ਮੇਰੀ ਫਲਾਈਟ ਹੈ। ਵੀਰ ਘਰ ਦੀ ਹਾਲਤ ਵੀ ਦੇਖੀ ਦੀ ਹੈ, ਸਿਆਣਾ ਬਣ। ਆਪਾਂ ਐਂ ਕਰਦੇ ਹਾਂ। ਮੈਂ ਉਸ ਨੂੰ ਘਰ ਦੀ ਹਾਲਤ ਦਾ ਵਾਸਤਾ ਪਾ ਬੜਾ ਸਮਝਾਇਆ, ਪਰ ਉਹ ਕੈਨੇਡਾ ਤੋਂ ਬਿਨਾਂ ਕੁਝ ਨਹੀਂ ਸਮਝਣਾ ਚਾਹੁੰਦਾ ਸੀ। ਜੇ ਤੁਸੀਂ ਮੇਰੀ ਗੱਲ ਨਾ ਮੰਨੀ ਮੈਂ ਫਾਹਾ ਲੈ ਕੇ ਮਰ ਜੂ। ਉਸ ਦੀ ਜਿੱਦ ਪਗਾਉਣ ਲਈ ਬਾਈ ਨੇ ਬੈਂਕ ਤੋਂ ਲਿਮਟ ਬਣਵਾਈ। ਕੁਝ ਪੈਸਾ ਉੱਥੋਂ ਲਿਆ, ਬਾਕੀ ਨਿਸ਼ਾਨ ਤੋਂ ਵਿਆਜ ਉੱਪਰ ਫੜਿਆ। ਵਿਆਹ ਤੋਂ ਲੈ ਕੇ ਜਹਾਜ਼ ਚੜ੍ਹਨ ਤੱਕ 27 ਲੱਖ ਦਾ ਕਰਜ਼ਾ ਚੜ੍ਹ ਗਿਆ। ਕੈਨੇਡਾ ਪੜ੍ਹਨ ਗਈ ਨਿਸ਼ਾ ਨੇ ਬਾਅਦ ਵਿੱਚ ਟੋਨੀ ਨੂੰ ਬੁਲਾ ਲੈਣਾ ਸੀ, ਪਰ ਬੁਲਾਇਆ ਨਹੀਂ। ਆਪਣੇ ਪੁਰਾਣੇ ਪ੍ਰੇਮੀ ਨੂੰ ਉੱਧਰ ਬੁਲਾ ਉਹ ਟੋਨੀ ਨੂੰ ਫਾਹੇ ਟੰਗ ਗਈ ਸੀ। ਮੇਰੀ ਲਾਸ਼ ਤਾਂ ਹੇਠਾਂ ਉਤਾਰ ਲੈ ਵੀਰ, ਕਦੋਂ ਦਾ ਉੱਪਰ ਟੰਗਿਆ। ਅੱਧੀ ਕੁ ਰਾਤ ਟੋਨੀ ਦੀ ਕੰਧ 'ਤੇ ਟੰਗੀ ਫੋਟੋ ਹਿੱਲੀ। ਉਸ ਉੱਪਰ ਪੱਗ ਲਟਕ ਰਹੀ ਸੀ। ਮੈਂ ਉਤਾਰ ਕੇ ਗਲ ਵਿੱਚ ਪਾ ਲਈ। ਬਾਈ ਬੀਬੀ ਦੀ ਅੱਖ ਬਚਾ ਦਰਵਾਜ਼ੇ ਵੱਲ ਨੂੰ ਸਰਕਣ ਲੱਗਾ। ਬਾਹਰ ਨਿਕਲ ਚੋਰਾਂ ਵਾਂਗ ਦਰਵਾਜ਼ਾ ਬੰਦ ਕੀਤਾ। ਲੰਘ ਮਾਰਦਾ ਸਮਾਧ ਵਾਲੇ ਪਿੱਪਲ ਵੱਲ ਨੂੰ ਤੁਰ ਪਿਆ। ਚਾਨਣੀ ਰਾਤ ਸੀ ਜਿਸ ਰਾਤ ਟੋਨੀ ਮਰਿਆ। ਉਹ ਵੀ ਚਾਨਣੀ ਰਾਤ ਸੀ। ਵਿਆਹ ਵਾਲੇ ਦਿਨ ਜਿਹੜੀ ਨਾਭੀ ਪੱਗ ਬੰਨੀ ਸੀ ਉਸੇ ਨਾਲ ਫਾਹਾ ਲੈ ਕੇ ਉਸਨੇ ਗੱਲ ਮੁਕਾ ਦਿੱਤੀ। ਸਹੁਰੇ ਨੇ ਕਿਸੇ ਦੀ ਗੱਲ ਹੀ ਨਹੀਂ ਮੰਨੀ, ਐਵੇਂ ਲਫੈਂਡ ਕੁੜੀ ਪਿੱਛੇ। ਜਦੋਂ ਉਸਦੀ ਲਾਸ਼ ਲਾਹ ਕੇ ਹੇਠਾਂ ਰੱਖੀ, ਚੰਨ ਦੀਆਂ ਰਿਸ਼ਮਾਂ ਸਿਹਰੇ ਵਾਲੇ ਮੱਥੇ ਉੱਪਰ ਪੈ ਰਹੀਆਂ ਸਨ। ਪਿੱਪਲ ਦੇ ਪੱਤਿਆਂ ਵਿੱਚੋਂ ਝਰਦੀ ਚਾਨਣੀ ਮੇਰੇ ਉੱਪਰ ਪੈ ਰਹੀ ਸੀ। ਮੈਂ ਗਲ ਵਿੱਚ ਪਾਈ ਪੱਗ
ਰੋਡੇ ਸਿਰ ਤੇ ਵਲੇਟ ਲਈ। ਤੂੰ ਇਹ ਕਫਨ ਕਿਉਂ ਬੰਨ੍ਹ ਲਿਆ? ਟਿੱਕੀ ਰਾਤ ਵਿੱਚ ਵੱਜੀ ਤਾੜੀ ਮੱਥੇ ਵਿੱਚ ਗੋਲੀ ਵਾਂਗ ਵੱਜੀ। ਮੈਂ ਪੱਗ ਲਾ ਕੇ ਹੱਥ ਵਿੱਚ ਫੜ ਲਈ। ਮੇਰੇ ਅੰਦਰ ਸ਼ਹਿ ਲਾਈ ਬੈਠਾ ਕਰਜ਼ਈ ਜੱਟ ਮੱਥੇ ਵਿੱਚ ਖੁਣੇ ਨਿਸ਼ਾਨ ਨਾਲ ਟਕਰਾਉਣ ਲੱਗਾ। ਟੋਨੀ ਦੀ ਪੱਗ ਦਾ ਲੜ ਫਾਂਸੀ ਦੇ ਫੰਦੇ ਵਾਂਗ ਲਹਿਰਾਉਣ ਲੱਗਾ। ਇਹ ਲੜ ਮੇਰੇ ਦੁਆਲੇ ਬੰਨ੍ਹ ਦੇ। ਪਿੱਪਲ ਦੀ ਆਵਾਜ਼ ਸੁਣ ਮੈਂ ਉਸ ਨਾਲ ਢੋਹ ਲਾ ਕੇ ਬੈਠ ਗਿਆ। ਅੱਖਾਂ ਵਿੱਚ ਘੁੱਗੀ ਉੱਡਣ ਲੱਗੀ। ਟਾਹਲੀ ਹੇਠਾਂ ਖੜੀ ਰੋਜ਼ੀ ਪਿੱਪਲ ਨੂੰ ਆਵਾਜ਼ਾਂ ਮਾਰਨ ਲੱਗੀ। ਖੇਤ ਖੜੀ ਟਾਹਲੀ ਬਹੁਤ ਦੂਰ ਰਹਿ ਗਈ ਸੀ। ਉਸ ਦਾ ਧੁੰਦਲਾ ਜਿਹਾ ਪਰਛਾਵਾਂ ਨਜ਼ਰ ਆ ਰਿਹਾ ਸੀ। ਪਿੰਡ ਵਿੱਚ ਮਾਨਤਾ ਸੀ। ਨਵੀਂ ਵਿਆਹੀ ਜੋੜੀ ਪਿੱਪਲ ਹੇਠਾਂ ਬਣੀ ਸਮਾਧ ਤੇ ਮੱਥਾ ਟੇਕ ਕੇ ਆਉਂਦੀ। ਆਉਣ ਲੱਗੀ ਉਸ ਦੁਆਲੇ ਲਾਲ ਰੰਗ ਦਾ ਕੱਪੜਾ ਬੰਨ੍ਹ ਕੇ ਹੇਠਾਂ ਆਪਣਾ ਨਾਂ ਲਿਖ ਦਿੰਦੀ। ਆਈ ਹੇਟ ਯੂ ਨਿਸ਼ਾ। ਪਿੱਪਲ ਦੀ ਛਿੱਲ ਲਾ ਕੇ ਡੂੰਘੀ ਖੁਣੀ ਸਤਰ ਪੜ੍ਹ ਮੈਂ ਉੱਠ ਕੇ ਖੜਾ ਹੋ ਗਿਆ। ਉਸ ਦੇ ਹੇਠਾਂ ਪਹਿਲਾਂ ਨਿਸ਼ਾ ਜਮਾ ਟੋਨੀ ਲਿਖਿਆ ਹੋਇਆ ਸੀ। ਮਰਨ ਤੋਂ ਪਹਿਲਾਂ ਟੋਨੀ ਨੇ ਉਸ ਨੂੰ ਮਿਟਾ ਕੇ ਨਵੀਂ ਇਬਾਰਤ ਲਿਖ ਦਿੱਤੀ ਸੀ। ਸਮਾਂ ਪਾ ਕੇ ਅੱਖਰ ਮੱਧਮ ਪੈ ਜਾਂਦੇ ਨੇ, ਮੈਂ ਉਹਨਾਂ ਨੂੰ ਡੂੰਘੇ ਕਰ ਦਿੰਦਾ। ਜੇਲ੍ਹ ਜਾਣ ਤੋਂ ਬਾਅਦ ਇਹ ਜ਼ਿੰਮੇਵਾਰੀ ਕੀਰਤ ਨੂੰ ਸੰਭਾਲ ਦਿੱਤੀ ਸੀ। ਲੈ ਵੀਰ, ਇਹ ਜ਼ਿੰਮੇਵਾਰੀ ਵੀ ਨਿਭਾ ਦਿੱਤੀ। ਖੁਣੀ ਇਬਾਰਤ ਹੇਠਾਂ ਪੱਗ ਦਾ ਲੜ ਬੰਨ੍ਹਣ ਲੱਗਿਆ। ਮੈਂ ਬਾਬਲ ਮੀਆਂ ਵਾਂਗ ਹੱਸਿਆ। ਉਹ ਮੈਨੂੰ ਸੁਪਨੇ ਵਿੱਚ ਮਿਲਿਆ ਸੀ। मैंने 17 लोगों को फांसी दिया, लेकिन क्या मिला? है तो सब वहम भी। और करें भी क्या? गरीबी का भरम तोड़ने के लिए करना पड़ता है भाई। फांसी लाउण तो बाद वो अपने आप नाल गल्लां करन लग पैंदा सी। बाबा ए कौम शेख मुजीबुल रहमान दे कातलां। बाबा ए कौम शेख मुजीबुल रहमान ਦੇ ਕਾਤਲਾਂ ਨੂੰ ਫਾਂਸੀ ਲਾ। ਉਹ ਬੰਗਲਾਦੇਸ਼ ਦਾ ਹੀਰੋ ਜੱਲਾਦ ਬਣ ਗਿਆ ਸੀ। ਉਹ ਵੀ ਮੇਰੇ ਵਾਂਗ ਕੈਦੀ ਸੀ। ਜਦੋਂ ਜੇਲ੍ਹ ਅਧਿਕਾਰੀਆਂ ਨੂੰ ਕੋਈ ਜੱਲਾਦ ਨਾ ਲੱਭਾ, ਉਹਨਾਂ ਬਾਬੁਲ ਮੀਆਂ ਨੂੰ ਪੇਸ਼ਕਸ਼ ਕੀਤੀ ਹਰ ਫਾਂਸੀ ਤੋਂ ਬਾਅਦ ਸਜ਼ਾ ਵਿੱਚ ਛੋਟ, ਕੁਝ ਦਿਨਾਂ ਦੀ ਛੁੱਟੀ। ਲੰਮੀ ਕੈਦ ਕੱਟ ਉਹ ਪਿੰਡ ਆ ਪਸ਼ੂ ਪਾਲ ਕੇ ਗੁਜ਼ਾਰਾ ਕਰਨ ਲੱਗਾ। एक दिन किसी ने मशवरा दिता, अरे काहे डंगर के साथ डंगर हो रही हो भाई, वो फांसी की रस्सी का टुकड़ा घर में रख ले, रूपा पीसा की तरफ से सौखा हो जाएगा। सौखा हो जाएगा, थोनू की पता मैं किन्ना औखा। घर दी गरीबी तो तंग आया फकीरा जल्लाद मशवरा देण वाले नूं चंगा मंदा बोलण लग पैंदा सी। उसने मेरठ दे खानदानी जलाद मम्मू नाल मिल के छात्र अपराधियां रंगा ते बिल्ला नूं फांसी लाई सी। उन्हां ने एक औरत दा रेप करके उसनूं वैन समेत अग ला के साड़ दिता सी। जिन्हां ने दिल्ली दी निर्भया दा रेप कर चलदी बस विचों सुੱਟ मार दिता सी। ਉਹਨਾਂ ਨੂੰ ਫਾਂਸੀ ਲਾਉਣ ਲਈ ਸਾਡੇ ਪਿੰਡ ਵਾਲੇ ਜਸਪ੍ਰੀਤ ਨੇ ਅਖਬਾਰ ਵਿੱਚ ਬਿਆਨ ਦਿੱਤਾ। ਉਹ ਮੇਰੇ ਵਾਂਗ ਬੋਲਿਆ ਸੀ, ਇਹਨਾਂ ਨੂੰ ਫਾਂਸੀ ਮੈਂ ਲਾਵਾਂਗਾ, ਮੈਨੂੰ ਇਹ ਮੌਕਾ ਦਿੱਤਾ ਜਾਵੇ। ਉਸਨੇ ਰਾਸ਼ਟਰਪਤੀ ਨੂੰ ਅਰਜ਼ੀ ਲਿਖੀ। ਜਿਹੜਾ ਪਿੰਡ ਮੈਨੂੰ ਨਫ਼ਰਤ ਕਰਦਾ ਸੀ, ਉਸ ਪਿੰਡ ਨੇ ਅਰਜ਼ੀ ਉੱਪਰ ਦਸਤਖਤ ਕੀਤੇ। ਜਸਪ੍ਰੀਤ ਦੇ ਗਲ ਸਿਰੋਪਾ ਪਾ ਕੇ ਉਸ ਦੀ ਦਲੇਰੀ ਨੂੰ ਸਨਮਾਨਿਤ ਵੀ ਕੀਤਾ ਸੀ। ਜੇਕਰ ਇਹਨਾਂ ਬਲਾਤਕਾਰੀਆਂ ਨੂੰ ਫਾਂਸੀ ਲਾਉਣ ਦਾ ਮੌਕਾ ਮੈਨੂੰ ਦਿੱਤਾ ਜਾਵੇ, ਮੈਂ ਆਪਣਾ ਜੀਵਨ ਸਫਲ ਸਮਝਾਂਗੀ। ਪਰ ਪ੍ਰਸਿੱਧ ਤੀਰਅੰਦਾਜ਼ ਨਤਾਸ਼ਾ ਦੀ ਗ੍ਰਹਿ ਮੰਤਰੀ ਨੂੰ ਖੂਨ ਨਾਲ ਲਿਖੀ ਚਿੱਠੀ ਵਾਂਗ ਜਸਪ੍ਰੀਤ ਦੀ ਅਰਜ਼ੀ ਵੀ ਰੱਦ ਹੋ ਗਈ ਸੀ। ਉਹ ਮੌਤ ਦੇ ਘਰ ਵੱਲ ਜਾਂਦਾ ਰਾਹ ਨਹੀਂ ਜਾਣਦੇ ਸਨ। ਮੈਂ ਜਾਣਦਾ ਸੀ। ਫਾਂਸੀ ਦੇ ਤਖਤੇ ਤੱਕ ਆਏ ਤਾਂ 1000 ਪੈਰਾਂ ਦੇ ਨਿਸ਼ਾਨ ਸਨ।
ਪਰ ਮੇਰੇ ਵਾਂਗ ਪਰਤਿਆ ਇੱਕ ਵੀ ਨਹੀਂ। ਮੈਂ ਪਹਿਲੀ ਫਾਂਸੀ ਇਹ ਸੋਚ ਕੇ ਲਾਈ ਸੀ ਕਿ ਹੋਰ ਨਹੀਂ ਲਾਵਾਂਗਾ, ਪਰ ਦੂਜੀ ਤੋਂ ਬਾਅਦ ਤੀਜੀ, ਫਿਰ ਚੌਥੀ, ਪੰਜਵੀਂ, ਮੈਂ ਇੱਕ ਇੱਕ ਕਰਕੇ 12 ਬੰਦੇ ਫਾਹੇ ਲਾ ਦਿੱਤੇ ਸਨ। ਜਿਸ ਦਿਨ ਫਾਂਸੀ ਲਾ ਕੇ ਬੈਠਕ ਵਿੱਚ ਪਰਤਦਾ, ਜੇਲ੍ਹ ਵਿੱਚ ਖਾਮੋਸ਼ੀ ਛਾ ਜਾਂਦੀ। ਹਰ ਕੈਦੀ ਓਪਰਿਆਂ ਵਾਂਗ ਵੇਖਦਾ। ਮੈਂ ਚੁੱਪਚਾਪ ਇੱਕ ਖੂੰਜੇ ਵਿੱਚ ਜਾ ਬੈਠਦਾ। ਡਿਊਟੀ ਵਾਲੇ ਮੁਲਾਜ਼ਮ ਮੈਥੋਂ ਖੌਫ ਖਾਂਦੇ, ਰੋਟੀ ਖਾਣ ਲਈ ਦਿਲ ਨਾ ਕਰਦਾ, ਗੱਲ ਕਰਨ ਲਈ ਰੂਹ ਨਾ ਮੰਨਦੀ। ਦਿਨ ਰਾਤ ਇੱਕ ਹੀ ਸਵਾਲ ਪਿੱਛਾ ਕਰਦਾ ਰਹਿੰਦਾ, ਇੱਕ ਗੱਲ ਦੱਸ ਰੋਸ਼ੀ, ਕਿਸੇ ਦਾ ਕਤਲ ਕਰਨ ਵਾਲੇ ਤੇ ਕਿਸੇ ਨੂੰ ਫਾਂਸੀ ਲਾ ਕੇ ਮਾਰਨ ਵਾਲੇ ਜਲਾਦ ਵਿੱਚ ਕੀ ਫਰਕ ਹੁੰਦਾ ਹੈ? ਦਿਨ ਤਾਂ ਬਾਮੁਸ਼ੱਕਤ ਸਜ਼ਾ ਭੁਗਤਦਿਆਂ ਲੰਘ ਜਾਂਦਾ, ਪਰ ਰਾਤ ਖਲੋ ਜਾਂਦੀ। ਅੱਧੀ ਰਾਤ ਤੱਕ ਉਹ ਗੋਰਾ ਜਿਹਾ ਮੁੰਡਾ ਤੰਗ ਕਰਦਾ ਰਹਿੰਦਾ। ਜਦੋਂ ਮੈਂ ਉਸਦੇ ਚਿਹਰੇ ਉੱਪਰ ਨਕਾਬ ਪਾਉਣ ਲੱਗਿਆ, ਉਸਨੇ ਹੌਲੀ ਦੇਣੀ ਪੁੱਛਿਆ ਸੀ, ਨਾ ਤੇਰੀ ਮੇਰੇ ਨਾਲ ਕੀ ਦੁਸ਼ਮਣੀ ਹੈ? ਉਸਦੇ ਸਵਾਲ ਨੇ ਪਾਗਲ ਕਰ ਦਿੱਤਾ ਸੀ। ਜਦੋਂ ਪਤਾ ਲੱਗਾ ਉਹ ਬੇਗੁਨਾਹ ਸੀ। ਮੈਨੂੰ ਸਾਰੀ ਰਾਤ ਬੈਰਕ ਦੀਆਂ ਸਲਾਖਾਂ ਦੇ ਬਾਹਰ ਤੁਰਿਆ ਫਿਰਦਾ ਨਿਸ਼ਾਨ ਦਿਸਦਾ ਰਿਹਾ। ਪੈੜ ਚਾਲ ਕਦੇ ਦੂਰ ਚਲੀ ਜਾਂਦੀ, ਕਦੇ ਨਜ਼ਦੀਕ ਆ ਜਾਂਦੀ। ਮੈਂ ਜਦੋਂ ਨਜ਼ਰ ਉਠਾ ਕੇ ਵੇਖਦਾ, ਸਲਾਖਾਂ ਨੂੰ ਹੱਥ ਪਾਈ ਖੜਾ ਨਿਸ਼ਾਨ ਉੱਚੀ ਉੱਚੀ ਹੱਸਣ ਲੱਗਦਾ। 2 ਉਂਗਲਾਂ ਨਾਲ ਜਿੱਤ ਦਾ ਨਿਸ਼ਾਨ ਬਣਾ ਉਹ ਗਾਇਬ ਹੋ ਜਾਂਦਾ। ਮੈਂ ਸਾਰੀ ਰਾਤ ਬੇਗੁਨਾਹ ਨੂੰ ਦਿੱਤੀ ਫਾਂਸੀ ਦੀ ਭੁੱਲ ਬਖਸ਼ਾਉਂਦਾ ਰਹਿੰਦਾ। ਜਦੋਂ ਸਵੇਰ ਹੁੰਦੀ, ਮੇਰੇ ਹੱਥ ਵਿੱਚ ਰੱਸੀ ਦਾ ਉਹ ਟੁਕੜਾ ਹੁੰਦਾ ਜਿਸ ਉੱਪਰ ਜਲਾਦ ਦਾ ਹੱਕ ਹੁੰਦਾ ਸੀ। ਫਾਂਸੀ ਲਾਉਣ ਤੋਂ ਬਾਅਦ ਰੱਸੀ ਜਲਾਦ ਦੀ ਹੋ ਜਾਂਦੀ ਸੀ, ਪਰ ਬਾਕੀ ਮੁਲਾਜ਼ਮ ਉਸ ਉੱਪਰ ਆਪਣਾ ਕਬਜ਼ਾ ਕਰਨ ਲੱਗਦੇ। ਮੇਰੇ ਹੱਥ ਇੱਕ ਟੁਕੜਾ ਹੀ ਆਉਂਦਾ। ਮੈਂ ਗਈ ਰਾਤ ਤੱਕ ਉਸ ਵੱਲ ਵੇਖਦਾ ਰਹਿੰਦਾ। ਜਦੋਂ ਨੀਂਦ ਆਉਣ ਲੱਗਦੀ, ਉਹ ਟੁਕੜਾ ਛਾਤੀ ਉੱਪਰ ਰੱਖ ਸੌਂ ਜਾਂਦਾ। ਰਾਤ ਦੇ ਆਖਰੀ ਪਹਿਰ ਮੈਨੂੰ ਲਕਸ਼ਮਣ ਮੰਜ਼ੀਰਾ ਦਾ ਸੁਪਨਾ ਆਉਂਦਾ। ਹੱਥ ਵਿੱਚ ਰੱਸੀ ਫੜੀ ਉਹ ਮੇਰੇ ਵੱਲ ਵੇਖ ਹੱਸਣ ਲੱਗਦਾ। ਇਹ ਆਮ रस्सी नहीं, बहुत खास है। पता है मैंने इसके साथ किसको फांसी दी थी? किसनों? डरावना हासा सुन मेरा गला सुक जाता। ਉਹ ਬੁੱਲਾਂ ਤੇ ਜੀਭ ਫੇਰਦਾ ਹੋਇਆ आखदा, अंग्रेज हुकूमत के ज़माने में मैंने इसके साथ क्रांतिकारी भगत सिंह को फांसी दी थी। ਰੱਸੀ ਹਵਾ ਵਿੱਚ ਉਛਾਲ ਉਹ ਪਰਾਂ ਨੂੰ ਮੂੰਹ ਪੁਆ ਲੈਂਦਾ। ਜਦੋਂ ਮੁੜ ਮੇਰੇ ਵੱਲ ਵੇਖਦਾ, ਉਸ ਦਾ ਮੂੰਹ ਕਾਲਾ ਹੋ ਚੁੱਕਾ ਹੁੰਦਾ। ਉਸ ਦੇ ਚਿਹਰੇ ਉੱਪਰ ਚਿੱਟਾ ਕੱਪੜਾ ਪਾਉਂਦਾ ਹੋਇਆ ਕੱਲੂ ਜਲਾਦ ਆਖਦਾ, मुझे खेद है कि मेरे बाप ने हमारे खानदान को कलंकित कर दिया, लेकिन क्या करूं, मैं भी तो एक जल्लाद हूँ। मलाल तो मुझे भी है कि हमारा कुनबा ही जल्लादों का है। मैंने भी अपने पिता कल्लू के साथ मिलकर केहर सिंह और सतवंत सिंह को फांसी दी थी। अरे वही जिन्होंने इंदिरा गांधी का कत्ल किया था। क्या करे यार, खानदानी पेशा है ना। खाली ਅੱਖਾਂ ਨਾਲ ਝਾਕਦਾ ਮੰਮੂ ਜਲਾਦ ਮੱਥੇ ਉੱਪਰ ਹੱਥ ਮਾਰਨ ਲੱਗਦਾ। ਜਦੋਂ ਮੇਰੇ ਮੱਥੇ ਉੱਪਰ ਖੁਣੇ ਕਰਜਈ ਜੱਟ ਤੇ ਹੱਥ ਰੱਖ ਆਖਦਾ, मुझे भगत सिंह को दी फांसी का गम है। मैं इस खानदानी कलंक को धोना चाहता हूँ, इसलिए आतंकवादी अजमल कसाब को फांसी देने के लिए अगर मैं जिंदा ना रहा तो उसको मेरा बेटा फांसी पर लटकाए, ये मेरी ख्वाहिश है। उसकी ख्वाहिश सुन मेरी नींद टुट जाती। छाती तो रस्सी का टुकड़ा चुक बैठा हो जाता। किन्ना किन्ना चिर बैठा उस वल वेखी जाता। दिमाग विच उस नाल जुड़ियां गल्लां घुम्मण लगदियां। जिस नाल किसे नूं फांसी लाई जाती है, ਉਹ ਰੱਸੀ बहुत मुलवान हो जाती है।
ਬੱਚੇ ਦੇ ਪੰਘੂੜੇ ਨਾਲ ਬੰਨ੍ਹ ਦੇਵੋ, ਉਸ ਨੂੰ ਬੁਰੇ ਸੁਪਨੇ ਨਹੀਂ ਆਉਣਗੇ। ਲੋਕ ਵਿਸ਼ਵਾਸ ਮੇਰੇ ਸੁਪਨਿਆਂ ਨਾਲ ਟਕਰਾਉਣ ਲੱਗਦਾ। ਮੈਂ ਵਹਿਮਾਂ ਭਰਮਾਂ ਵਿੱਚ ਫਸਣ ਲੱਗਦਾ। ਇਹ ਰੱਸੀ ਓਪਰੀਆਂ ਸ਼ੈਆਂ ਤੇ ਭੂਤ ਪ੍ਰੇਤਾਂ ਤੋਂ ਰੱਖਿਆ ਕਰਦੀ ਹੈ। ਜੇਕਰ ਰੱਸੀ ਦਾ ਇੱਕ ਟੁਕੜਾ ਘਰ ਵਿੱਚ ਰੱਖੋ, ਘਰ ਉੱਪਰ ਕੋਈ ਵਿਪਤਾ ਨਹੀਂ ਆਉਂਦੀ। ਆਪਣੇ ਘਰ ਦਾ ਹਸ਼ਰ ਵੇਖ ਮੇਰਾ ਰੱਸੀ ਨਾਲ ਜੁੜੀਆਂ ਮਾਨਤਾਵਾਂ ਤੋਂ ਯਕੀਨ ਟੁੱਟ ਜਾਂਦਾ। ਟੁੱਟਿਆ ਯਕੀਨ ਉਸ ਵਕਤ ਹੋਰ ਟੁੱਟ ਜਾਂਦਾ ਜਦੋਂ ਸਾਡੇ ਪਿੰਡ ਵਾਲਾ ਵੇਦ ਮਾਸਟਰ ਆਖਦਾ, ਨਾ ਗੱਲ ਸੁਣ, ਜਿਹੜੀ ਰੱਸੀ ਕਿਸੇ ਦੀ ਜਾਨ ਲੈ ਕੇ ਆਈ ਹੋਵੇ ਉਹ ਕਿਸੇ ਦਾ ਭਲਾ ਕਿਵੇਂ ਕਰ ਸਕਦੀ ਹੈ। ਉਸ ਦੀ ਗੱਲ ਸੁਣ ਜਲਾਦਾਂ ਦਾ ਕਾਫਲਾ ਮੈਨੂੰ ਲਾਜਵਾਬ ਕਰ ਦਿੰਦਾ। ਹਮ ਬੁਰੇ, हमारा काम बुरा। हमने तो लोगों में अच्छी जगह बनाने के लिए रस्सी के साथ ये बातें जोड़ी थी, लेकिन तुमने तोड़ दी। ਇੱਕ ਬੰਦੇ ਦੀ ਘੰਡੀ ਤੋੜਨ ਲਈ ਤੈਨੂੰ ਕਿੰਨੇ ਪੈਸੇ ਮਿਲਦੇ ਨੇ? ਲੋਕਾਂ ਦਾ ਸਵਾਲ ਸੁਣ ਮੈਂ ਫਿਰ ਲਾਜਵਾਬ ਹੋ ਜਾਂਦਾ। ਮੇਰੀਆਂ ਅੱਖਾਂ ਅੱਗੇ ਜਲਾਦਾਂ ਦੇ ਖਾਲੀ ਹੱਥ ਘੁੰਮਣ ਲੱਗਦੇ। ਘਰ ਵਿੱਚ ਰੋਂਦੇ ਬੱਚੇ ਦਿਸਣ ਲੱਗਦੇ। लड़दियाँ घर वालियाँ बोलने लगदियाँ, अरे अगर 2 वक्त की रोटी नहीं दे सकते तो हमें भी फांसी लटका दो ना। देखो हमने कितने लोगों को फांसी पे चढ़ा दिया, अब तो हमारी पगार बढ़ा दो साहिब। पर लीवर खिंचण वाले हत्थां दी कोई ना सुनदा। मौत दी मजदूरी करन वाले दे हत्थ सदा खाली हुंदे ने। मैं हत्थ झाड़ के घर वल नूं तुर पिया। ਪਿੱਪਲ ਨਾਲ ਬੰਨਿਆ ਟੋਨੀ ਦੀ ਪੱਗ ਦਾ ਲੜ ਮੌਤ ਵਾਂਗ ਮੇਰਾ ਪਿੱਛਾ ਕਰ ਰਿਹਾ ਸੀ। ਮੈਂ ਘਰ ਵਿੱਚ ਬੈਠਾ ਮਾਤਮ ਮਨਾ ਰਿਹਾ ਸੀ। ਕੰਧ ਤੇ ਟੰਗੀਆਂ ਫੋਟੋਆਂ ਮੈਨੂੰ ਘੂਰ ਰਹੀਆਂ ਸਨ। ਬਾਈ ਦੀ ਫੋਟੋ ਤੇ ਹਾਰ ਦੀ ਥਾਂ ਫਾਹਾ ਲੈਣ ਵਾਲੀ ਰੱਸੀ ਟੰਗੀ ਹੋਈ ਸੀ। ਟੋਨੀ ਦੀ ਫੋਟੋ ਉੱਪਰ ਇੱਕ ਲੜ ਤੋਂ ਬਗੈਰ ਪੱਗ। ਬੀਬੀ ਨੇ 2 ਚੁੰਨੀਆਂ ਜੋੜੀਆਂ ਸਨ। ਇੱਕ ਚੁੰਨੀ ਦੀ ਗੱਠ ਖੋਲ ਫੋਟੋ ਤੇ ਟੰਗ ਦਿੱਤੀ, ਦੂਜੀ ਮੈਂ ਪਿੱਪਲ ਨਾਲ ਬੰਨ੍ਹ ਆਇਆ ਸੀ। ਜਿਸ ਵਕਤ ਬਾਈ ਵਾਲੀ ਰੱਸੀ ਦਾ ਟੋਟਾ ਪਿੱਪਲ ਨਾਲ ਬੰਨਿਆ, ਖੇਤ ਖੜੀ ਬਲਦਾਂ ਦੀ ਜੋੜੀ ਰੰਭੀ ਸੀ। ਸਾਨੂੰ ਕਿਸ ਗਲ ਬੰਨੇਗਾ? ਉਹ ਜੋੜੀ ਬਾਪੂ ਦੀ ਜਾਨ ਸੀ। ਸਾਰੀ ਦੁਨੀਆ ਟਰੈਕਟਰਾਂ ਮਸ਼ੀਨਾਂ ਨਾਲ ਖੇਤੀ ਕਰਦੀ, ਪਰ ਬਾਈ ਬਲਦਾਂ ਨਾਲ ਹੀ ਵਾਹੁੰਦਾ ਬੀਜਦਾ। ਜਦੋਂ ਖੇਤ ਵਿੱਚ ਹਲ ਚੱਲਦਾ, ਨਵੀਂ ਪੀੜ੍ਹੀ ਮੋਬਾਈਲ ਨਾਲ ਫੋਟੋਆਂ ਸੈਲਫੀਆਂ ਲੈਣ ਆਉਂਦੀ, ਫਿਰ ਫੇਸਬੁੱਕ ਉੱਪਰ ਪਾਉਂਦੀ। ਮੈਂ ਵੇਖ ਖੁਸ਼ ਹੁੰਦਾ। ਬੀਬੀ ਹੱਸਣ ਲੱਗਦੀ, ਲੋਕਾਂ ਦਾ ਵੀ ਸਰਿਆ ਹੀ ਪਿਆ ਬਸ। ਪਰ ਬਾਈ ਬਿਨਾਂ ਉਸ ਦਾ ਸਰਿਆ ਨਹੀਂ ਸੀ। ਸਿਰੋਂ ਲੱਥੀ ਚੁੰਨੀ ਗਲ ਵਿੱਚ ਪਾ ਉਹ ਇੱਕ ਰਾਤ ਪੱਖੇ ਨਾਲ ਝੂਲ ਗਈ ਸੀ। ਬਾਈ ਨੇ ਜਿਸ ਪਿੰਡ ਦੀ ਵਿਰਾਸਤ ਨੂੰ ਬਲਦਾਂ ਨਾਲ ਸਾਂਭੀ ਰੱਖਿਆ, ਉਸ ਪਿੰਡ ਨੇ ਉਸ ਨੂੰ ਨਹੀਂ ਸਾਂਭਿਆ। ਜਿਸ ਪਿੰਡ ਦੀ ਇੱਜ਼ਤ ਬੀਬੀ ਨੇ ਚੁੰਨੀ ਦੇ ਲੜ ਬੰਨੀ ਹੋਈ ਸੀ, ਉਹ ਪਿੰਡ ਉਸ ਦੀ ਬੇਇੱਜ਼ਤੀ ਦਾ ਤਮਾਸ਼ਾ ਵੇਖਦਾ ਰਿਹਾ। ਉਸ ਦੀ ਮੌਤ ਤੋਂ ਬਾਅਦ ਤਿੰਨਾਂ ਦੀਆਂ ਫੋਟੋਆਂ ਕੰਧ ਤੇ ਟੰਗ ਮੈਂ ਨਿਸ਼ਾਨ ਨੂੰ ਫਾਹੇ ਲਾਉਣ ਦੀ ਪੱਖ ਧਾਰ ਲਈ ਸੀ। ਉਸ ਉੱਪਰ ਸਭ ਤੋਂ ਪਹਿਲਾ ਹਮਲਾ ਮਾਂ ਦਿਵਸ ਵਾਲੇ ਦਿਨ ਕੀਤਾ। ਮੈਂ ਹੱਥ ਵਿੱਚ ਕਿਰਚ ਲੈ ਪੰਜਾਬ ਸ਼ੈਲਰ ਦੀ ਕੰਧ ਓਲੇ ਘਾਤ ਲਾ ਕੇ ਬੈਠ ਗਿਆ। ਮੈਨੂੰ ਨਿਸ਼ਾਨ ਦੇ ਆਉਣ ਜਾਣ ਦਾ ਸਮਾਂ ਪਤਾ ਸੀ। ਘਰ ਤੋਂ ਫੈਕਟਰੀ, ਫੈਕਟਰੀ ਤੋਂ ਘਰ ਉਹ ਇੱਕ ਹੀ ਰਾਹ ਜਾਂਦਾ। ਜਦੋਂ ਉਸ ਦੇ ਆਉਣ ਦਾ ਵਕਤ ਹੋਇਆ, ਮੈਂ ਇੱਕ ਦਰਖਤ ਦਾ ਖੁੰਡ ਸੜਕ ਤੇ ਸੁੱਟ ਰਸਤਾ ਰੋਕ ਦਿੱਤਾ। ਗੱਡੀ ਰੋਕ ਉਹ ਹਾਰਨ ਵਜਾਉਣ ਲੱਗਾ। ਜਦੋਂ ਕੋਈ ਨਾ ਆਇਆ, ਉਹ ਟਾਕੀ ਖੋਲ ਹੇਠਾਂ ਉੱਤਰ ਖੁੰਡ ਪਰਾਂ ਹਟਾਉਣ ਲੱਗਾ। ਮੈਂ ਭੱਜ ਕੇ ਉਸ ਦੇ ਮੋਢੇ ਵਿੱਚ ਕਿਰਚ ਗੱਡ ਦਿੱਤੀ। ਤੇਰੀ ਓਏ ਮਾਂ ਦੀ ਗਾਲ ਕੱਢ। ਉਹ ਧੱਕਾ ਮਾਰ ਤੇਜ਼ੀ ਨਾਲ ਕਾਰ ਵਿੱਚ ਵੜ। ਉਸਨੇ ਤਾਕੀ ਬੰਦ ਕਰ ਲਈ। ਸ਼ੀਸ਼ਾ ਹੇਠਾਂ ਕਰ ਮੇਰੇ ਵੱਲ ਰਿਵਾਲਵਰ ਤਾਣ ਦਿੱਤਾ। ਜੇ ਮੈਂ ਚਾਹਾਂ ਤੈਨੂੰ ਇੱਥੇ ਢੇਰ ਕਰ ਸਕਦਾ, ਪਰ ਘਬਰਾ ਨਾ ਪੁੱਤ, ਤੈਨੂੰ ਮੌਤ ਤੋਂ ਵੀ ਭੈੜੀ ਮਾਰ ਮਾਰੂ। ਦਰਦ ਨਾਲ ਦੰਦ ਪੀਂਦਾ
ਉਹ ਕਾਰਕੁਮਾ ਅੱਖਾਂ ਤੋਂ ਓਹਲੇ ਹੋ ਗਿਆ ਸੀ। ਸ਼ਾਮ ਨੂੰ ਆਈ ਪੁਲਿਸ ਦੀ ਗੱਡੀ ਮੈਨੂੰ ਥਾਣੇ ਲੈ ਗਈ ਸੀ। ਜਿਸ ਦਿਨ ਥਾਣੇ ਤੋਂ ਪਰਤਿਆ ਉਸ ਰਾਤ ਨਿਸ਼ਾਨ ਦੇ ਗੁੰਡਿਆਂ ਨੇ ਚੁੱਕ ਲਿਆ। ਉਹ ਮੈਨੂੰ ਕਿਸੇ ਅਣਦੱਸੀ ਥਾਂ ਤੇ ਲੈ ਗਏ। ਅਗਲੀਆਂ 4 ਦਿਨ ਰਾਤਾਂ ਭੁੱਖਾ ਪਿਆਸਾ ਰੱਖਿਆ। ਸਵੇਰ ਸ਼ਾਮ ਮੋਟਰ ਵਾਲੇ ਕੋਠੇ ਦਾ ਜਿੰਦਾ ਕੁੰਡਾ ਖੁੱਲ੍ਹਦਾ, 2 ਬੰਦੇ ਅੰਦਰ ਆਉਂਦੇ, ਮੇਰਾ ਕੁਟਾਪਾ ਕਰ ਪਰਤ ਜਾਂਦੇ। ਜਦੋਂ ਕੁੱਟ ਦਾ ਦਰਦ ਘਟਦਾ ਮੈਨੂੰ ਪਹਿਲੀ ਰਾਤ ਯਾਦ ਆ ਜਾਂਦੀ। ਉਸ ਰਾਤ ਉਹਨਾਂ ਕੋਲ ਡਰਿਲ ਮਸ਼ੀਨ ਸੀ। ਉਸ ਨਾਲ ਉਹਨਾਂ ਮੇਰੇ ਮੱਥੇ ਉੱਪਰ ਡੂੰਘਾ ਖੁਣ ਦਿੱਤਾ, ਕਰਜ਼ਈ ਜੱਟ। ਮੱਥੇ ਦੀਆਂ ਲਿਖੀਆਂ ਮੇਟ ਉਹ ਮੈਨੂੰ ਪਿੰਡ ਲਿਆਏ। ਮੈਂ ਸਾਰੀ ਰਾਤ ਨਿਸ਼ਾਨ ਦੀ ਫੈਕਟਰੀ ਵਿੱਚ ਪਿਆ, ਤੜਪਦਾ ਰਿਹਾ। ਸੂਰਜ ਦੀ ਪਹਿਲੀ ਕਿਰਨ ਨਾਲ ਹੀ ਵੱਖੀ ਵਿੱਚ ਠੇਡਾ ਵੱਜਾ। ਦਰਦ ਨਾਲ ਦੂਰਾ ਹੋ ਮੈਂ ਅੱਖ ਪੁੱਟੀ। ਸਾਹਮਣੇ ਖੜਾ ਨਿਸ਼ਾਨ ਆਖ ਰਿਹਾ ਸੀ, ਮੈਂ ਕਿਹਾ ਸੀ ਨਾ, ਮੌਤ ਨਾਲੋਂ ਵੀ ਭੈੜੀ ਮਾਰ ਮਾਰੂੰ। ਤੇਰੀ ਬੀਬੀ ਬਾਈ ਦੀ ਤਾਂ ਚੁੰਨੀ ਪਾਗੀ ਲਾਹੀ ਸੀ, ਤੈਨੂੰ ਸਾਰੇ ਪਿੰਡ ਵਿੱਚ ਨੰਗਾ ਕਰਕੇ ਘਮਾਉਂ ਪੁੱਤ। ਆਖੀ ਗੱਲ ਪੁਗਾਉਣ ਲਈ ਉਸਨੇ ਮੈਨੂੰ ਨੰਗਾ ਕਰ ਦਿੱਤਾ। ਹੱਥ ਪੈਰ ਬੰਨ੍ਹ ਟਰਾਲੀ ਵਿੱਚ ਚੜਾ ਦਿੱਤਾ। ਟਰੈਕਟਰ ਕੀੜੀ ਦੀ ਤੋਰ ਤੁਰ ਪਿਆ। ਮੈਂ ਟਰਾਲੀ ਵਿੱਚ ਹੱਥ ਬੰਨੀ ਖੜਾ ਸੀ। ਦਰਾਂ ਘਰਾਂ ਮੂਹਰੇ ਖੜੇ ਲੋਕ ਮੇਰਾ ਨੰਗ ਵੇਖ ਰਹੇ ਸਨ। ਮੈਂ ਅੱਖਾਂ ਬੰਦ ਕਰੀ ਮੱਥੇ ਤੇ ਖੁਣੀ ਇਬਾਰਤ ਪੜ੍ਹ ਰਿਹਾ ਸੀ। ਅੱਗੇ ਪਿੱਛੇ 4 ਢੋਲ ਵੱਜਦੇ ਜਾ ਰਹੇ ਸਨ। ਜਦੋਂ ਉਹਨਾਂ ਉੱਪਰ ਡਗਾ ਵੱਜ ਪੈਂਦਾ, ਨਿਸ਼ਾਨ ਦੇ ਗੁੰਡੇ ਮੇਰੀ ਪਿੱਠ ਤੇ ਡੰਡਾ ਮਾਰਦੇ। ਸਾਰੇ ਪਿੰਡ ਦਾ ਗੇੜਾ ਕਢਾ ਉਹ ਮੈਨੂੰ ਬਾਈ ਬੀਬੀ ਵਾਂਗ ਘਰ ਅੱਗੇ ਸੁੱਟ ਗਏ ਸਨ। ਘਰ ਦਾ ਦਰਵਾਜ਼ਾ ਚੁਪੱਟ ਖੁੱਲ੍ਹਾ ਪਿਆ ਸੀ। ਪਿੰਡ ਦੇ ਨਸ਼ੇੜੀ ਸਾਰਾ ਸਮਾਨ ਚੁੱਕ ਕੇ ਲੈ ਗਏ ਸਨ। ਮੂੰਹ ਤੇ ਜੀਭਾਂ ਫੇਰਦੇ ਕੁੱਤੇ ਬਾਹਰ ਨਿਕਲ ਰਹੇ ਸਨ। ਮੈਂ ਕੂਣੀਆਂ ਭਾਰਿੰਗ ਦਾ ਦੇਹਲੀ ਤੋਂ ਅੰਦਰ ਜਾ ਪਹੁੰਚਿਆ। ਔਖਾ ਸੌਖਾ ਬੈਠਾ ਹੋ ਕੰਧ ਨਾਲ ਢੋ ਲਾ ਲਈ। ਨਜ਼ਰ ਕੰਧ ਤੇ ਟੰਗੀਆਂ ਫੋਟੋਆਂ ਉੱਪਰ ਜਾ ਟਿਕੀ। ਮੋਈਆਂ ਰੂਹਾਂ ਰੋਣ ਲੱਗੀਆਂ। ਮੈਂ ਕੰਧ ਕੋਲ ਡਿੱਗੇ ਚਾਕ ਵੱਲ ਵੇਖਣ ਲੱਗਾ। ਰੂਹਾਂ ਮੇਰੇ ਵੱਲ ਵੇਖਣ ਲੱਗੀਆਂ। ਮੈਂ ਚਾਕ ਚੁੱਕ ਕੰਧ ਦਾ ਸਹਾਰਾ ਲੈ ਕੇ ਖੜਾ ਹੋ ਗਿਆ। ਜਿਸ ਥਾਂ ਫੋਟੋਆਂ ਟੰਗੀਆਂ ਹੋਈਆਂ ਸਨ, ਉਸ ਥਾਂ ਹੇਠਾਂ ਮੈਂ ਚਾਕ ਨਾਲ ਨਿਸ਼ਾਨ ਦੀ ਤਸਵੀਰ ਬਣਾ ਦਿੱਤੀ। ਉਸ ਦੇ ਗਲ ਵਿੱਚ ਰੱਸੀ ਪਾ ਲੱਤਾਂ ਵਿੱਚੋਂ ਜਾਨ ਨਿਕਲ ਗਈ। ਮੈਂ ਹੇਠਾਂ ਡਿੱਗ ਪਿਆ। ਉੱਠ ਰੋਸ਼ੀ, ਮਾਤਮ ਨਾ ਮਨਾ, ਇਸ ਨੂੰ ਫਾਂਸੀ ਲਾ। ਤਾੜੀ ਮਾਰ ਗਿੱਧੇ ਵਾਲੀ ਰੋਜ਼ੀ ਮੇਰੇ ਮੱਥੇ ਵਿਚਕਾਰ ਨੱਚਣ ਲੱਗੀ। ਮੈਂ ਉੱਠਣ ਲਈ ਉਸਦਾ ਹੱਥ ਫੜ ਲਿਆ। ਮੈਥੋਂ ਹੱਥ ਛੁਡਾ ਉਸਨੇ ਹੋਠਾਂ ਦੀ ਲਿਪਸਟਿਕ ਹਵਾ ਵਿੱਚ ਉਡਾ ਦਿੱਤੀ। ਮੈਂ ਹਵਾ ਵਿੱਚ ਉੱਡਦੀ ਚੁੰਨੀ ਦਾ ਪੱਲਾ ਫੜਨ ਲੱਗਾ। ਲਿਪਸਟਿਕ ਦੀ ਲਾਲੀ ਬਾਰਿਸ਼ ਵਿੱਚ ਘੁਲਣ ਲੱਗੀ। ਲਾਲ ਰੰਗ ਬਰਸਣ ਲੱਗਾ। ਮੈਂ ਨਿਸ਼ਾਨ ਦੇ ਖੂਨ ਨਾਲ ਹੱਥ ਧੋਣ ਲੱਗਾ। ਉਹ ਦਾਸੀ ਪਰਿਵਾਰ ਦੇ ਖੂਨ ਨਾਲ ਹੱਥ ਧੋ ਭੂਤ ਵਾਂਗ ਗਾਇਬ ਹੋ ਗਿਆ ਸੀ। ਮੈਂ ਰਾਤ ਉਸਦੀ ਆਵਾਜ਼ ਸੁਣੀ ਸੀ। ਜਿਸ ਦਿਨ ਪਹਿਲੀ ਵਾਰ ਪਿੰਡ ਵਿੱਚ ਇਹ ਗੱਲ ਦੱਸੀ, ਸਾਰਾ ਪਿੰਡ ਹੱਸਣ ਲੱਗ ਪਿਆ। ਅੱਛਾ, ਫਿਰ ਤਾਂ ਤੂੰ ਉਹਨੂੰ ਵੇਖਿਆ ਵੀ ਹੋਣਾ। ਹਾਂ, ਹਨੇਰੇ ਵਿੱਚ ਵੇਖਿਆ ਸੀ। ਜਦੋਂ ਉਹ ਭੱਜਿਆ, ਉਸਦੇ ਪੈਰ ਪੁੱਠੇ ਸਨ। ਮੈਂ ਸਭ ਨੂੰ ਉਸ ਰਾਤ ਵਾਲੀ ਘਟਨਾ ਦੱਸੀ। ਪਿੰਡ ਦਾ ਹਾਸਾ ਉੱਚਾ ਹੋ ਗਿਆ। ਉਹ ਨਿਸ਼ਾਨ ਨਹੀਂ, ਉਸਦਾ ਭੂਤ ਸੀ। ਤੇਰੇ ਦਿਮਾਗ ਤੇ ਅਸਰ ਹੋ ਗਿਆ, ਆਪਣਾ ਇਲਾਜ ਕਰਾ। ਪਿੰਡ ਦਾ ਵਹਿਮ ਦੂਰ ਕਰਨ ਲਈ ਮੈਂ ਗੁਆਚੀ ਪੈੜ ਲੱਭਣ ਦਾ ਫੈਸਲਾ ਕਰ ਲਿਆ ਸੀ। ਆਹ ਪੈੜ ਜਾਂਦੀ ਹੈ, ਆਹ ਪੈੜ ਜਾਂਦੀ ਹੈ, ਆਹ ਲੱਭ ਲਿਆ ਖੂਨੀ। ਖੂਨੀ ਪੈਰਾਂ ਦੇ ਨਿਸ਼ਾਨ ਲੱਭਦਾ ਮੈਂ ਦਿੱਲੀ ਪਹੁੰਚ ਗਿਆ ਸੀ। ਨਿਸ਼ਾਨ ਦਾ ਪਰਿਵਾਰ ਕੈਨੇਡਾ ਪਹੁੰਚ ਗਿਆ ਸੀ। ਜਿਸ ਰਾਤ ਫੈਕਟਰੀ ਵਿੱਚ ਅੱਗ ਲੱਗੀ, ਅੱਗ ਵਿੱਚ ਦਾਸੀ ਤੇ ਉਸਦਾ ਪਰਿਵਾਰ ਸੜਿਆ ਸੀ। ਫੈਕਟਰੀ ਦੀ ਆੜ ਹੇਠ ਕਰੋੜਾਂ ਦਾ ਲੋਨ ਲਿਆ ਹੋਇਆ ਸੀ। ਉਹ ਮਾਫ ਕਰਾਉਣ ਲਈ ਨਿਸ਼ਾਨ ਨੇ ਸਾਜ਼ਿਸ਼ ਘੜੀ।
ਪੁਲਿਸ ਦੀ ਤਫਤੀਸ਼ ਤਾਂ ਪਰਦਾਫਾਸ਼ ਨਾ ਕਰ ਸਕੀ, ਪਰ ਸ਼ੇਰ ਨੂੰ ਟੱਕਰਿਆ ਸਵਾ ਸ਼ੇਰ ਮੈਨੂੰ ਰਾਸ ਆ ਗਿਆ ਸੀ। ਨਾਂ ਤੇ ਭੇਸ ਬਦਲ ਕੇ ਨਿਸ਼ਾਨ ਨੇ ਦਿੱਲੀ ਵਿੱਚ ਨਿਊ ਫਾਈਨਾਂਸ ਕੰਪਨੀ ਖੋਲ੍ਹ ਲਈ। ਉਹ ਲੋਕਾਂ ਨੂੰ ਕਰਜ਼ਾ ਦੇਣ ਲੱਗਿਆ। ਜਿਸ ਦਿਨ ਇੱਕ ਕਰਜ਼ਦਾਰ ਨੂੰ ਮੇਰੇ ਵਾਂਗ ਨੰਗਾ ਕਰਨ ਲੱਗਾ, ਉਸਨੇ ਮੀਡੀਆ ਵਿੱਚ ਉਸਨੂੰ ਨੰਗਾ ਕਰ ਦਿੱਤਾ। ਹਰ ਚੈਨਲ ਤੇ ਹਰ ਅਖਬਾਰ ਵਿੱਚ ਖਬਰ ਸੀ, ਪੰਜਾਬ ਤੋਂ ਭੱਜ ਕੇ ਆਏ ਇੱਕ ਖੂਨੀ ਸੂਦਖੋਰ ਦਾ ਪਰਦਾਫਾਸ਼। ਸਿਰ ਉੱਪਰ ਕਤਲ, ਸਾਜ਼ਿਸ਼ ਤੇ ਧੋਖਾਧੜੀ ਦੇ ਅਨੇਕ ਮਾਮਲੇ ਦਰਜ। ਮੁਲਜ਼ਮ ਫਰਾਰ। ਦਿੱਲੀ ਪੁਲਿਸ ਵੱਲੋਂ ਤਲਾਸ਼ ਜਾਰੀ। ਬੜਾ ਕਲੰਦਰੀ ਨਿਕਲਿਆ ਬਈ। ਆਪਣਾ ਬਾਲ ਬੱਚਾ ਬਾਹਰ ਭੇਜ ਦਿੱਤਾ। ਉਹ ਗਰੀਬ ਦਾਸੀ ਦਾ ਪਰਿਵਾਰ ਅੱਗ ਵਿੱਚ ਝੋਕ ਦਿੱਤਾ। ਕਰੋੜਾਂ ਹਜ਼ਮ, ਖੇਲ ਖਤਮ। ਰਹੱਸ ਤੋਂ ਪਰਦਾ ਉੱਠਿਆ ਵੇਖ। ਪਿੰਡ ਦਾ ਉੱਪਰਲਾ ਸਾਹ ਉੱਪਰ ਰਹਿ ਗਿਆ, ਹੇਠਲਾ ਸਾਹ ਮੇਰੇ ਹੱਕ ਵਿੱਚ ਭੁਗਤ ਰਿਹਾ ਸੀ। ਰੋਸ਼ੀ ਸੱਚ ਕਹਿੰਦਾ ਸੀ, ਉਹ ਭੂਤ ਨਹੀਂ, ਨਿਸ਼ਾਨ ਸੀ। ਉਸਦੀ ਨਿਸ਼ਾਨਦੇਹੀ ਕਰਦਾ ਮੈਂ ਦਿੱਲੀ ਦੀ ਭੀੜ ਤੋਂ ਤੰਗ ਆ ਗਿਆ ਸੀ। ਸਵੇਰ ਤੋਂ ਸ਼ਾਮ ਤੱਕ ਸੜਕਾਂ ਦੀ ਖਾਕ ਛਾਣਦਾ, ਖੁਰਾ ਖੋਜ ਲੱਭਦਾ ਇੱਕ ਸ਼ਾਮ ਮੈਂ ਪਿੰਡ ਪਰਤਣ ਬਾਰੇ ਸੋਚ ਰਿਹਾ ਸੀ। ਭੀੜ ਵਿੱਚੋਂ ਜਾਣੀ ਪਛਾਣੀ ਆਵਾਜ਼ ਆਈ। ਮੈਂ ਉਸਦੇ ਪੈਰਾਂ ਵੱਲ ਵੇਖਿਆ। ਉਹ ਪੁੱਠੇ ਪੈਰਾਂ ਨਾਲ ਤੁਰ ਰਿਹਾ ਸੀ। ਉਸਦੀ ਪੈੜ ਨੱਪਦਾ ਮੈਂ ਛੁਪਣਗਾਹ ਤੱਕ ਜਾ ਪੁੱਜਾ। 2 ਦਿਨ ਆਉਣ ਜਾਣ ਦਾ ਸਮਾਂ ਨੋਟ ਕੀਤਾ। ਤੀਜੀ ਰਾਤ ਜਿਸ ਵਕਤ ਉਹ ਛੁਪਣਗਾਹ ਦਾ ਜਿੰਦਾ ਖੋਲ੍ਹਣ ਲੱਗਾ, ਰਾਤ ਦਾ 1 ਵਜਾ ਸੀ। ਉਸਨੇ ਚਾਬੀ ਘੁਮਾਈ। ਮੈਂ ਗਲ ਵਿੱਚ ਰੱਸੀ ਪਾ ਗੇੜਾ ਦੇ ਦਿੱਤਾ। ਫੰਦੇ ਵਿੱਚੋਂ ਨਿਕਲਣ ਲਈ ਉਹ ਪਿੱਛੇ ਨੂੰ ਘੁੰਮਿਆ। ਰੋਸ਼ੀ ਤੂੰ? ਰੋਸ਼ੀ ਨਹੀਂ, ਉਰਫ ਰੋਸ਼ੀ ਜੱਲਾਦ। ਮੈਂ ਵਾਹ ਵਰੋਲੇ ਵਾਂਗ ਉਸਦੀ ਗਰਦਨ ਪਿੱਛੇ ਜਾ ਕੱਪੜਾ ਨਚੋੜਨ ਵਾਂਗ ਰੱਸੀ ਨੂੰ ਵੱਟ ਚਾੜ ਦਿੱਤਾ। ਮੇਰੇ ਮੱਥੇ ਵਿਚਕਾਰ ਨੱਚਦੀ ਰੋਜ਼ੀ ਨੇ ਤਾੜੀ ਮਾਰੀ। ਨਿਸ਼ਾਨ ਮੇਰੇ ਹੱਥਾਂ ਵਿੱਚ ਝੂਲ ਗਿਆ। ਲਾਸ਼ ਨੂੰ ਉਸਦੀ ਫਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਟੰਗ ਮੈਂ ਕਰਜ਼ ਮੁਕਤ ਹੋ ਗਿਆ ਸੀ। ਤੂੰ ਕਰਜ਼ ਮੁਕਤ ਨਹੀਂ ਹੋਇਆ, ਖੂਨੀ ਹੈ ਤੂੰ। ਪਿੰਡ ਦੀ ਆਵਾਜ਼ ਸੁਣ ਮੈਂ ਸੁੱਕੇ ਪੱਤੇ ਵਾਂਗ ਕੰਬ ਉੱਠਿਆ। ਜਿਨ੍ਹਾਂ ਨੂੰ ਫਾਂਸੀ ਲਾਈ ਸੀ, ਉਹਨਾਂ ਦੀਆਂ ਰੂਹਾਂ ਮੇਰੇ ਵੱਲ ਰੱਸੀਆਂ ਸੁੱਟਣ ਲੱਗੀਆਂ। ਮੈਂ ਘੂਰ ਰਹੀਆਂ ਫੋਟੋਆਂ ਤੋਂ ਰੱਸੀ, ਚੁੰਨੀ ਤੇ ਪੱਗ ਉਤਾਰ ਗੱਠ ਦੇ ਕੇ ਇੱਕ ਫੰਦਾ ਬਣਾ ਲਿਆ। ਘਰ ਮੈਨੂੰ ਮੌਤ ਦਾ ਘਰ ਜਾਪਣ ਲੱਗਾ। ਮੈਂ ਗਲ ਵਿੱਚ ਫੰਦਾ ਪਾ ਬਾਹਰ ਦੇਲੀ ਤੇ ਜਾ ਕੇ ਖੜ ਗਿਆ। ਬੰਦਾ ਮਾਰਨ ਤੋਂ ਪਹਿਲਾਂ ਇਹ ਇੰਜ ਹੀ ਖੜਦਾ ਹੋਊ। ਬੀਹੀ ਵਿੱਚ ਦੀ ਲੰਘਿਆ ਜਾਂਦਾ ਜੱਸੀ 4 ਕਦਮ ਪਰਾਂ ਦੀ ਲੰਘਿਆ। ਉਸਦੀ ਚਾਲ ਵੇਖ ਮੈਂ ਹਲਕਾ ਜਿਹਾ ਹੱਸਿਆ। ਵੇਖ ਕਿਵੇਂ ਮਰਨ ਮਿੱਟੀ ਚੜ੍ਹੀ ਹੈ, ਫਾਹੇ ਲੱਗਣਾ। ਪਿੱਛੇ ਮੁੜ ਦੇਖਦਾ ਉਹ ਬੀਹੀ ਦਾ ਮੋੜ ਮੁੜ ਗਿਆ। ਬੀਹੀ ਵਿੱਚ ਤੁਰਿਆ ਆਉਂਦਾ ਪਾਲੀ ਬਾਬਾ ਹਵਾ ਨਾਲ ਗੱਲਾਂ ਕਰਨ ਲੱਗਾ। ਪਹਿਲਾਂ ਇਹਦਾ ਦਾਦਾ ਗਲ ਫਰਾਹਾ ਲੈ ਕੇ ਮਰਿਆ, ਫਿਰ ਬਾਪ ਦਰਖਤ ਨਾਲ ਲਟਕ ਗਿਆ। ਇਹਦੇ 2 ਭਾਈ ਵੀ ਫਾਹਾ ਲੈ ਕੇ ਮਰੇ ਸੀ। ਤਾਂ ਹੀ ਤਾਂ ਇਹਨਾਂ ਨੂੰ ਫਾਹੇ ਲੱਗਣਿਆਂ ਦਾ ਲਾਣਾ ਕਹਿੰਦੇ ਨੇ ਬਾਬਾ। ਉਸ ਕੋਲ ਦੀ ਲੰਘਿਆ ਸੱਤੀ ਤਾੜੀ ਮਾਰ ਉੱਚੀ ਸਾਰੀ ਹੱਸਿਆ। ਮੈਂ ਉਸਦੀ ਗਰਦਨ ਵੱਲ ਵੇਖਿਆ। ਉਹ ਮੌਤ ਨਾਲ ਗੱਲਾਂ ਕਰ ਰਿਹਾ ਸੀ। ਉਸਦੀ ਅੱਖ ਵਿਚਲਾ ਕਸਾਈ ਅਗਾਂਹ ਲੰਘ ਗਿਆ। ਮੈਂ ਦਰਵਾਜ਼ਾ ਬੰਦ ਕਰ ਅੰਦਰ ਨੂੰ ਤੁਰ ਪਿਆ। ਘਰ ਵਿੱਚ ਮੌਤ ਘੁੰਮ ਰਹੀ ਸੀ। ਮੈਂ ਫਾਂਸੀ ਲੱਗਣ ਵਾਲੇ ਕੈਦੀ ਵਾਂਗ ਡਰ ਗਿਆ। ਬੀਹੀ ਵਿੱਚ ਪੈੜ ਚਾਲ ਹੋਈ। ਮੈਂ ਸਿਸਤ ਬੰਨ੍ਹ ਲਈ। ਕੋਈ ਵਿਰਲਾਂ ਵਿੱਚ ਦੀ ਝਾਕ ਰਿਹਾ ਸੀ। ਮੈਂ ਉਸ ਦੀ ਅੱਖ ਪਛਾਣ ਲਈ। ਜੱਸੀ ਫਾਹੇ ਲੱਗਣਾ ਸੀ। ਮੈਂ ਭੱਜ ਕੇ ਬਾਹਰ ਗਿਆ। ਬੀਹੀ ਖਾਲੀ ਸੀ, ਜੱਸੀ ਗਾਇਬ। ਮੈਂ ਫਿਰ ਦਰਵਾਜ਼ਾ ਬੰਦ ਕਰ ਦਿੱਤਾ। ਅੱਖਾਂ ਬੰਦ ਕਰ ਲਈਆਂ। ਸੁਰਤੀ ਜੇਲ੍ਹ ਵਿੱਚ ਘੁੰਮਣ ਲੱਗੀ। ਨਿਸ਼ਾਨ ਕਤਲ ਕੇਸ ਵਿੱਚ ਮੈਂ ਦਿੱਲੀ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਕੈਦੀ ਬਣ ਕੇ ਗਿਆ ਸੀ।
ਜਲਾਦ ਬਣ ਕੇ ਬਾਹਰ ਆਇਆ। ਮੈਂ ਬਾਹਰ ਆਉਣ ਲਈ ਹੀ ਜਲਾਦ ਬਣਨ ਦੀ ਸ਼ਰਤ ਮਨਜ਼ੂਰ ਕੀਤੀ ਸੀ। ਹਰ ਫਾਂਸੀ ਤੋਂ ਬਾਅਦ ਸਜ਼ਾ ਵਿੱਚ ਕਟੌਤੀ ਹੋ ਜਾਂਦੀ, ਪਿੰਡ ਆਉਣ ਦੀ ਛੁੱਟੀ ਮਿਲ ਜਾਂਦੀ। ਪਿੰਡ ਦੀ ਜੂਹ ਵਿੱਚ ਪੈਰ ਪਾਉਣ ਸਾਰ ਮੈਂ ਗੁਨਾਹਾਂ ਤੋਂ ਮੁਕਤ ਹੋ ਜਾਂਦਾ ਸੀ। ਪਰ ਪਿੰਡ ਮੈਥੋਂ ਇੱਕ ਵਿੱਥ ਥਾਪ ਲੈਂਦਾ। ਮੈਂ ਜਿਸ ਨੂੰ ਵੀ ਬੁਲਾਉਂਦਾ ਉਹ ਜਲਾਦ ਵਾਂਗ ਬੋਲਦਾ, ਪਿੰਡ ਨੂੰ ਹੁਣ ਤੇਰੀ ਲੋੜ ਨਹੀਂ, ਅਸੀਂ ਆਪਣੇ ਆਪ ਨੂੰ ਮਾਰਨ ਦਾ ਤਰੀਕਾ ਸਿੱਖ ਲਿਆ, ਤੂੰ ਵਾਪਸ ਜਾ। ਜੇਲ੍ਹ ਵਿੱਚ ਵਾਪਸ ਜਾ ਮੈਨੂੰ ਪਿੰਡ ਦਿਸਦਾ ਰਹਿੰਦਾ। ਬੈਰਕ ਵਿੱਚ ਬਾਈ ਦੀ ਲਾਸ਼ ਦਿਸਦੀ ਰਹਿੰਦੀ। ਤੂੰ ਨਿਸ਼ਾਨ ਤਾਂ ਮਿਟਾ ਦਿੱਤਾ, ਹੁਣ ਸਾਡਾ ਨਾਂ ਵੀ ਰੋਸ਼ਨ ਕਰ ਦੇਈਂ। ਨਾ ਫਾਂਸੀ ਲਾਉਣ ਲੱਗਿਆਂ ਤੈਨੂੰ ਦਰਦ ਨਹੀਂ ਹੁੰਦਾ? ਮੈਨੂੰ ਤਾਂ ਬੜੀ ਤਕਲੀਫ ਹੋਈ ਸੀ। ਚੁੰਨੀ ਵਿੱਚ ਫਸੀ ਮਾਂ ਦੀ ਗਰਦਨ ਰੱਸੀ ਵਾਂਗ ਕੰਬਣ ਲੱਗਦੀ। ਗਰਦਨ ਉੱਪਰ ਹੱਥ ਰੱਖੀ ਟੋਨੀ ਮੈਨੂੰ ਪੱਗ ਫੜਾਉਣ ਲੱਗਦਾ। ਮੇਰਾ ਦਰਦ ਮਹਿਸੂਸ ਕਰ ਵੀਰ, ਨਹੀਂ ਤੇਰਾ ਵਿਆਹ ਨਹੀਂ ਹੋਣਾ। ਲੀਵਰ ਖਿੱਚ ਖਿੱਚ ਤੇਰੇ ਹੱਥਾਂ 'ਚੋਂ ਵਿਆਹ ਦੀ ਲਕੀਰ ਮਿਟ ਚੁੱਕੀ ਹੈ ਰੋਸ਼ੀ। ਟੋਨੀ ਦੀ ਬਾਹਰ ਨਿਕਲੀ ਜੀਭ ਵੇਖ ਰੋਜ਼ੀ ਨੇ ਤਾੜੀ ਮਾਰ ਘੁੱਗੀ ਉਡਾ ਦਿੱਤੀ। ਉਹ ਮਰੀ ਹੋਈ ਘੁੱਗੀ ਸੀ, ਟਾਲੀ ਤੇ ਉਹਦੀ ਰੂਹ ਬੋਲਦੀ ਸੀ। ਜੱਸੀ ਦੀ ਆਵਾਜ਼ ਸੁਣ ਮੇਰੀ ਰੂਹ ਕੰਬ ਉੱਠੀ। ਉਹ ਦਰਵਾਜ਼ੇ ਦੀਆਂ ਵਿਰਲਾਂ ਨਾਲ ਅੱਖ ਲਾਈ ਕੈਦੀਆਂ ਵਾਂਗ ਵੇਖ ਰਿਹਾ ਸੀ। ਮੈਂ ਉਸ ਦੀ ਨਜ਼ਰ ਉੱਪਰ ਨਜ਼ਰ ਟਿਕਾ ਲਈ। ਹਾਂ ਜੱਸੀ, ਤੈਨੂੰ ਕੀ ਚਾਹੀਦਾ? ਇੱਕ ਕੱਪ ਚਾਹ। ਜ਼ੋਰ ਦੀ ਧੱਕਾ ਮਾਰੋ ਲਾਂਘੇ ਵਾਲੇ ਦਰਵਾਜ਼ੇ ਵੱਲ ਨੂੰ ਤੁਰ ਗਿਆ। ਵੱਡਾ ਦਰਵਾਜ਼ਾ ਮੈਨੂੰ ਘੂਰਨ ਲੱਗਾ। ਉਹ ਕਾਲ ਕੋਠੜੀ ਤੋਂ ਤਖਤੇ ਵੱਲ ਆਉਂਦਾ ਸੀ। ਮੈਂ ਉਸ ਰਾਹੀਂ ਮਰਨ ਵਾਲੇ ਕੈਦੀ ਨੂੰ ਆਉਂਦਿਆਂ ਵੇਖਦਾ। ਉਸ ਛੋਟਾ ਦਰਵਾਜ਼ਾ ਉਸ ਦੀ ਲਾਸ਼ ਨੂੰ ਰਿਸ਼ਤੇਦਾਰਾਂ ਤੱਕ ਲੈ ਜਾਂਦਾ ਸੀ। ਇੱਕ ਦਿਨ ਤੇਰੀ ਲਾਸ਼ ਵੀ ਜਾਊਗੀ। ਮੌਤ ਦੀ ਆਵਾਜ਼ ਸੁਣ ਮੈਂ ਬੇਹੀ ਵਿੱਚ ਆ ਗਿਆ। ਲਾਂਘੇ ਵਾਲੇ ਦਰਵਾਜ਼ੇ ਕੋਲ ਪੁਰਾਣਾ ਖੂਹ ਸੀ। ਉਹ ਪੁਰਾਣੇ ਪਿੰਡ ਦੀ ਨਿਸ਼ਾਨੀ ਸੀ। ਉਸ ਕੋਲ ਖੜੇ ਲੋਕ ਗੱਲਾਂ ਕਰ ਰਹੇ ਸਨ। ਰੱਸੀ ਦਾ ਇੱਕ ਸਿਰਾ ਮੌਣ ਦੇ ਕੁੰਡੇ ਨਾਲ ਬੰਨ੍ਹ ਲਿਆ, ਦੂਜਾ ਸਿਰਾ ਗਲ ਵਿੱਚ ਗੱਠ ਮਾਰ ਖੂਹ ਵਿੱਚ ਛਾਲ ਮਾਰ ਦਿੱਤੀ। ਪਤਾ ਨਹੀਂ ਕਿੰਨਾ ਕੁ ਤੜਫਿਆ ਹੋਣਾ। ਸੋਟੀ ਸਹਾਰੇ ਖੜਾ ਪਾਲੀ ਬਾਬਾ ਸਿਰ ਮਾਰ ਰਿਹਾ ਸੀ। ਚਾਹ ਦੇ ਕੱਪ ਬਾਰੇ ਸੋਚਦਾ ਮੈਂ ਲਾਂਘੇ ਵਾਲੇ ਦਰਵਾਜ਼ੇ ਨਜ਼ਦੀਕ ਜਾ ਪੁੱਜਾ ਸੀ। ਜੱਸੀ ਦੀ ਲਾਸ਼ ਖੂਹ ਦੀ ਮੌਣ ਕੋਲ ਪਈ ਸੀ। ਉਸ ਦੀ ਜੀਭ ਬਾਹਰ ਨਿਕਲੀ ਹੋਈ ਸੀ। ਜੇ ਮਰਨਾ ਹੀ ਸੀ ਮੈਨੂੰ ਦੱਸਦਾ, ਮੈਂ ਭੋਰਾ ਤਕਲੀਫ ਨਹੀਂ ਹੋਣ ਦਿੰਦਾ ਸੀ। ਦੰਦਾਂ ਵਿੱਚ ਜੀਭ ਲੈ ਮੈਂ ਉਸ ਦੀ ਗਰਦਨ ਉੱਪਰ ਹੱਥ ਫੇਰਨ ਲੱਗਾ। ਮੇਰੀ ਨਜ਼ਰ ਗਰਦਨ ਦੀ ਕੰਢੀ ਕੋਲ ਰੱਸੀ ਦੇ ਨਿਸ਼ਾਨ ਉੱਪਰ ਟਿਕੀ ਹੋਈ ਸੀ। ਸੋ ਦੋਸਤੋ, ਇਹ ਸੀ ਕਹਾਣੀ ਜਸਵੀਰ ਰਾਣਾ ਦੀ ਲਿਖੀ ਹੋਈ ਉਰਫ ਰੋਸ਼ੀ ਜੱਲਾਦ।